कोई भी धर्म होवे, चाहे हिंदू आ मुस्लिम आ सिख आ, धर्म हमेशा प्यार नाल रहना सिखाउंदा है। ते साडी रीढ़ दी हड्डी कौन आ? किसान। साडे पंजाब दे हक दी गल करदे आ तां उस चीज़ नूं हमेशा जिहड़ियां हैगा धार्मिक रंग दे के ते उहनूं वक्खवाद दा नाम दे दित्ता जांदा है। ਜਿਹੜਾ ਵੀ ਇਹ ਆਰਡੀਨੈਂਸ ਜਿਹੜੀਆਂ ਵੀ ਚੀਜ਼ਾਂ ਲਿਆ ਰਹੀ ਹੈ ਬੇਸਿਕਲੀ ਇਹ ਆਰਐਸਐਸ ਦੀ ਆਈਡੀਓਲੋਜੀ ਜਿਹੜੀ ਹਿੰਦੂ ਰਾਜ ਵੱਲ ਨੂੰ ਵੱਧ ਰਹੀ ਆ ਉਹਨੂੰ ਵਧਾਉਣ ਲਈ। ਇਹ ਸਿਆਸੀ ਲੋਕ ਹੁੰਦੇ ਨੇ ਜਿਹੜੇ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਨੇ। ਮੁਕੰਮਲ ਹਾਂ ਆਪਣੇ ਆਪ ਦੇ ਵਿੱਚ ਇਹੀ ਤਾਰੀਫ ਤੇ ਤਕਲੀਫ ਹੈ ਦੁਨੀਆ ਦੀ। ਜਿਹੜਾ ਵੀ ਪੰਜਾਬੀ ਬੁਲੰਦ ਹੋ ਕੇ ਬੋਲਦਾ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਸਾਉਣ ਦੀ ਇਹ ਕੋਸ਼ਿਸ਼ ਹੁੰਦੀ ਹੈ ਤੇ ਚਾਲ ਆ। बुझा सका है भला कौन वक्त के शोले, ये वो आग है जिसमें धुआं नहीं मिलता। हर किसी को मुकम्मल जहां नहीं मिलता, कहीं ज़मीन तो कहीं आसमां नहीं मिलता। ऐसा नहीं कि तेरे जहां में प्यार ना हो, लेकिन जहां उम्मीद हो इसकी वहां नहीं मिलता। सत श्री अकाल दोस्तों, तुसीं वेख रहे हो निरपक्ष पोस्ट, मैं हमनदीप सिंह। दोस्तों साडी जिंदगी दे विच कई वारी इहो जिहियां घटनावां घट जांदियां ने जिहड़ी असीं सोची भी नहीं हुंदियां, और कई वारी ਇਹੋ ਜਿਹੇ ਗੁਣ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਹੁੰਦੇ ਨੇ ਜੋ ਸਾਨੂੰ ਕਈ ਵਾਰੀ ਬਹੁਤ ਉਪਲਬਧੀਆਂ ਵੀ ਕਰਵਾ ਦਿੰਦੇ ਨੇ ਤੇ ਕਈ ਵਾਰੀ ਸਾਨੂੰ ਮੁਸ਼ਕਲਾਂ ਦੇ ਵਿੱਚ ਵੀ ਪਾ ਦਿੰਦੇ ਨੇ। ਤੇ ਇਹੋ ਜਿਹਾ ਇੱਕ ਗੁਣ ਹੁੰਦਾ ਹੈ ਬੇਬਾਕੀ ਨਾਲ ਬੋਲਣਾ। ਸੋ ਇਸ ਵਕਤ ਮੇਰੇ ਨਾਲ ਇੱਕ ਇਹੋ ਜਿਹੀ ਸ਼ਖਸੀਅਤ ਮੌਜੂਦ ਹੈ ਜੋ ਕਿ ਆਪਣੀ ਤਕਰੀਰਾਂ ਆਪਣੇ ਵਿਚਾਰ ਬੜੀ ਬੇਬਾਕੀ ਨਾਲ ਦਿੰਦੀ ਹੈ। ਸਵਾਗਤ ਕਰਦੇ ਹਾਂ ਉਹਨਾਂ ਦਾ। ਮੇਰੇ ਨਾਲ ਇਸ ਵਕਤ ਮੌਜੂਦ ਨੇ ਤੁਸੀਂ ਸਾਰੇ ਜਿਨ੍ਹਾਂ ਨੂੰ ਬਖੂਬੀ ਜਾਣਦੇ ਹੋ, ਸਿਮਰਨਜੀਤ ਕੌਰ ਗਿੱਲ। ਸੋ ਸਵਾਗਤ ਕਰਦੇ ਹਾਂ ਤੁਹਾਡਾ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਅਸੀਂ ਤੁਹਾਨੂੰ ਵੇਖਦੇ ਹੀ ਰਹਿੰਦੇ ਹਾਂ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬੇਬਾਕੀ ਤੁਹਾਡਾ ਇੱਕ ਗੁਣ ਵੀ ਹੈਗਾ ਤੇ ਤੁਹਾਡਾ ਔਗਣ ਵੀ ਹੈਗਾ। ਜਿਵੇਂ ਇਹ ਔਗਣ ਦੀ ਵੀ ਕਹਾਂ ਗਲਤ ਨਹੀਂ ਹੋਊਗਾ ਇਹ, ਜਿਹਨੇ ਤੁਹਾਨੂੰ ਕਈ ਵਾਰੀ ਮੁਸ਼ਕਲਾਂ ਦੇ ਵਿੱਚ ਵੀ ਫਸਾਇਆ। ਸੋ ਤੁਸੀਂ ਅਕਸਰ ਲਾਈਵ ਹੁੰਦੇ ਰਹਿੰਦੇ ਆ, ਵਿਚਾਰ ਪ੍ਰਗਟ ਕਰਦੇ ਆ, ਸੋਸ਼ਲ ਵਰਕ ਵੀ ਕਰਦੇ ਆ। ਹੁਣ ਖਾਸ ਤੌਰ ਦੇ ਉੱਤੇ ਜਿਵੇਂ ਅੱਜ ਹੁਣ ਮਾਹੌਲ ਦੀ ਗੱਲ ਕਰਾਂ, ਅੱਜ ਦੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਤੁਸੀਂ ਸਰਗਰਮ ਹੋਏ ਆ, ਹੋਕਾ ਵੀ ਦਿੱਤਾ ਤੇ ਇਹ ਵੀ ਕਿਹਾ ਮੈਂ ਕਿਸਾਨ ਦੀ ਧੀ ਹਾਂ। ਸਭ ਤੋਂ ਪਹਿਲਾਂ ਅਸੀਂ ਖੇਤੀ ਨਾਲ ਹੀ ਸ਼ੁਰੂਆਤ ਕਰਦੇ ਹਾਂ। ਸੋ ਕਿਵੇਂ ਵੇਖਦੇ ਆ ਜਿਹੜੇ ਆਰਡੀਨੈਂਸ ਆ ਰਹੇ ਨੇ ਸੈਂਟਰ ਸਰਕਾਰ ਵੱਲੋਂ, ਤੁਸੀਂ ਕਿਵੇਂ ਵੇਖਦੇ ਆ? ਜਿਹੜੀ ਮੋਦੀ ਦੀ ਆਰਐਸਐਸ ਸਰਕਾਰ ਹੈਗੀ ਆ, ਇਹ ਸ਼ੁਰੂ ਤੋਂ ਹੀ ਮਤਲਬ ਇਹਨਾਂ ਦੀ ਜਿਹੜੀ ਜੇ ਆਪਾਂ ਪੁਰਾਣੇ ਟਾਈਮ ਤੋਂ ਇਹਨਾਂ ਦੀ ਆਰਐਸਐਸ ਦੀ ਆਈਡੀਓਲੋਜੀ ਦੇਖੀਏ, ਇਹਨਾਂ ਦੀ ਆਈਡੀਓਲੋਜੀ ਸ਼ੁਰੂ ਤੋਂ ਹੀ ਹਿੰਦੂਤਵ ਵਾਲੀ ਰਹੀ ਆ ਕਿ ਉਹ ਇੰਡੀਆ ਨੂੰ ਨਾ ਐਕਸੈਪਟ ਹੀ ਨਹੀਂ ਕਰਦੇ ਹੈਗੇ ਕਿ ਇੰਡੀਆ ਇੱਕ ਨੇਸ਼ਨ ਨਹੀਂ ਹੈਗਾ। ਉਹ ਇੰਡੀਆ ਨੂੰ ਮਤਲਬ ਐਕਸੈਪਟ ਨਹੀਂ ਕਰਦੇ ਕਿ ਇੰਡੀਆ ਜਿਹੜਾ ਹੈਗਾ ਆ ਉਹ ਬਹੁਤ ਸਾਰੇ ਨੇਸ਼ਨ ਦਾ ਯੂਨੀਅਨ ਹੈਗੀ ਆ। ਉਹ ਹਮੇਸ਼ਾ ਇੰਡੀਆ ਨੂੰ ਐਜ਼ ਅ ਇੱਕ ਨੇਸ਼ਨ ਦੇਖ ਕੇ ਚੱਲਦੇ ਆ। ਜਿਹੜੀ ਡਾਈਵਰਸਿਟੀ ਨਹੀਂ ਐਕਸੈਪਟ, ਉਹ ਡਾਈਵਰਸਿਟੀ ਨੂੰ ਐਕਸੈਪਟ ਨਹੀਂ ਕਰਦੇ। ਉਹ ਇਹਨੂੰ ਐਜ਼ ਅ ਹਿੰਦੂ ਰਾਜ ਹੀ ਦੇਖਦੇ ਆ, ਜਿਹੜੀ ਉਹ ਸਭ ਤੋਂ ਮਤਲਬ ਘਾਤਕ ਹੈਗੀ ਆ ਸਾਡੇ ਸਾਰਿਆਂ ਦੇ ਲਈ। ਉਹ ਸਿਰਫ ਮੈਂ ਕਹਿ ਦਾਂ ਕਿ ਇਕੱਲੇ ਪੰਜਾਬੀਆਂ ਲਈ ਜਾਂ ਕਸ਼ਮੀਰੀਆਂ ਲਈ ਆ, ਨਹੀਂ, ਉਹ ਹਰੇਕ ਦੇ ਲਈ ਆ। ਚਾਹੇ ਨਾਰਥ ਈਸਟ ਲੈ ਲਓ, ਚਾਹੇ ਆਪਣੇ ਸਾਊਥ ਜਿਹੜੇ ਇੰਡੀਅਨ ਹੈਗੇ ਨੇ, ਸਾਊਥ ਇੰਡੀਆ ਦੇ ਲੋਕ ਹੈਗੇ ਨੇ, ਉਹਨਾਂ ਨੂੰ ਲੈ ਲਓ। ਪਰ ਸਾਡੇ ਨਾਲੋਂ ਉਹਨਾਂ ਦੇ ਵਿੱਚ ਇਹ ਆ ਕਿ ਉਹ ਉਹਨਾਂ ਦੀ ਯੂਨਿਟੀ ਬਹੁਤ ਜ਼ਿਆਦਾ, ਜਿਹੜੇ ਸਾਊਥ ਇੰਡੀਆ ਵਾਲੇ ਹੈਗੇ ਨੇ, ਜਿਹੜੀਆਂ ਦਰਾਵਿਡਨ ਕੰਟਰੀਜ਼ ਸਟੇਟਸ ਹੈਗੀਆਂ ਨੇ, ਉਹ ਉਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕਰਕੇ ਰੱਖਿਆ ਹੋਇਆ। ਪਰ ਅਸੀਂ ਸਾਰੇ ਜਿਹੜੇ ਨਾਰਥ ਵਾਲੇ ਆ, ਇਹ ਅੱਡ ਅੱਡ ਟੁੱਟੇ ਹੋਏ ਨੇ। ਇਹ ਸਭ ਤੋਂ ਵੱਡਾ ਕਾਰਨ ਹੈਗਾ ਆ ਕਿ ਇਹ ਜਿਹੜੀ ਮੋਦੀ ਦੀਆਂ ਜਿਹੜੀਆਂ ਇਹ ਆਰਐਸਐਸ ਦੀਆਂ ਪਾਲਿਸੀ ਆ, ਇਹ ਸਾਡੇ ਤੇ ਜ਼ਿਆਦਾ ਮਾਰੂ ਨੇ, ਕਿਉਂਕਿ ਸਾਡੇ ਨਾਲ ਉਹ ਟੋਟਲੀ ਮੈਚ ਨਹੀਂ ਕਰਦੀਆਂ ਹੈਗੀਆਂ। ਪਹਿਲੀ ਗੱਲ ਆ ਕਿ ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ, ਪੰਜਾਬ ਦੇ ਵਿੱਚ ਹਿੰਦੂ ਧਰਮ ਦੇ ਜਿਹੜੇ ਲੋਕ ਨੇ ਉਹ ਘੱਟ ਨੇ, ਸਿੱਖ ਧਰਮ ਜ਼ਿਆਦਾ ਆ। ਤੇ ਉਹ ਇਸ ਲਈ ਪੰਜਾਬ ਹੀ ਇਕੱਲਾ ਆਪਣਾ ਇਹੋ ਜਿਹਾ ਸੂਬਾ ਜਿੱਥੇ ਜਿਹੜੀ ਸਿੱਖ ਬਹੁਤ ਗਿਣਤੀ ਹੈਗੀ ਆ। ਤੇ ਪੰਜਾਬ ਤੇ ਕਸ਼ਮੀਰ ਨੂੰ ਹਮੇਸ਼ਾ ਹੀ ਇਸੇ ਮਤਲਬ ਉਸ ਨਜ਼ਰ ਨਾਲ ਦੇਖਿਆ ਜਾਂਦਾ ਆ ਤੇ ਵੀ ਇਹ ਅੱਡਵਾਦੀ ਨੇ, ਜਾਂ ਇਹਨਾਂ ਤੋਂ ਦਿੱਲੀ ਸਰਕਾਰ ਨੂੰ ਹਮੇਸ਼ਾ ਸਾਡੇ ਤੋਂ ਕਾਈਂਡ ਆਫ ਡਰ ਲੱਗਿਆ ਰਹਿੰਦਾ ਵੀ ਕਿਤੇ ਪਤਾ ਨਹੀਂ। ਜਦੋਂ ਵੀ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਹਾਂ, ਜਦੋਂ ਵੀ ਅਸੀਂ ਪੰਜਾਬ ਦੇ ਹੱਕ ਦੀ ਗੱਲ ਕਰਦੇ ਹਾਂ, ਤਾਂ ਉਸ ਚੀਜ਼ ਨੂੰ ਹਮੇਸ਼ਾ ਜਿਹੜੀਆਂ ਹੈਗਾ ਧਾਰਮਿਕ ਰੰਗ ਦੇ ਕੇ ਤੇ ਉਹਨੂੰ ਵੱਖਵਾਦ ਦਾ ਨਾਮ ਦੇ ਦਿੱਤਾ ਜਾਂਦਾ ਆ ਤੇ ਆਵਾਜ਼ ਜਿਹੜੀ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਉਹੀ ਚੀਜ਼ ਜਿਹੜੀ ਹੈਗੀ ਆ ਮੋਦੀ ਸਰਕਾਰ ਕਰ ਰਹੀ ਆ। ਤੇ ਸਾਡੀ ਰੀੜ ਦੀ ਹੱਡੀ ਕੌਣ ਆ? ਕਿਸਾਨ ਸਾਡੇ। ਤੇ ਇਹ ਹਰੇਕ ਚੀਜ਼ ਦਾ ਜਿਹੜਾ ਵੀ ਇਹ ਆਰਡੀਨੈਂਸ ਜਿਹੜੀਆਂ ਵੀ ਚੀਜ਼ਾਂ ਲਿਆ ਰਹੀ ਹੈ ਬੇਸਿਕਲੀ ਇਹ ਆਰਐਸਐਸ ਦੀ ਆਈਡੀਓਲੋਜੀ ਜਿਹੜੀ ਹਿੰਦੂ ਰਾਜ ਵੱਲ ਨੂੰ ਵੱਧ ਰਹੀ ਆ ਉਹਨੂੰ ਵਧਾਉਣ ਲਈ ਆ। ਤੁਸੀਂ ਗੱਲ ਕੀਤੀ ਹੈ ਪੰਜਾਬ ਦੀ, ਤੇ ਇਹ ਵੀ ਕਿਹਾ ਤੁਸੀਂ ਕਿ ਸੈਂਟਰ ਜਿਹੜੀ ਆ ਜਾਣਬੁੱਝ ਕੇ ਇੱਕ ਕੋਝੀ ਚਾਲ ਚੱਲ ਰਹੀ ਹੈ ਕਿ ਸਾਜ਼ਿਸ਼ ਦੇ ਪਿੱਛੇ ਚੱਲ ਰਹੀ ਆ। ਬਿਲਕੁਲ ਸਾਡਾ ਇਤਿਹਾਸ ਰਿਹਾ, ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਵਸਿੰਦਿਆਂ ਨੇ ਖਾਸ ਤੌਰ ਦੇ ਉੱਤੇ ਜਿਵੇਂ ਸਿੱਖਾਂ ਦੀ ਗੱਲ ਕਰਾਂ ਤਾਂ ਇੱਕ ਸਿਰ ਕੱਢਵਾਂ ਇਤਿਹਾਸ ਰਿਹਾ। ਕੋਈ ਵੀ ਇਹੋ ਜਿਹਾ ਆਪਰੇਸ਼ਨ ਕਰਨ ਦੀ ਕੋਈ ਕੋਸ਼ਿਸ਼ ਕਰਦੀ ਹੈ ਤਾਂ ਪੰਜਾਬ ਦੇ ਸਿੱਖ ਜਿਹੜੇ ਨੇ, ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਤੇ ਹੋਣ, ਆਵਾਜ਼ ਜ਼ਰੂਰ ਚੁੱਕਦੇ ਨੇ। ਬਿਲਕੁਲ। ਤੇ ਇਹੀ ਕੀ ਰੀਜ਼ਨ ਹੈਗਾ ਕਿਉਂਕਿ ਆਜ਼ਾਦੀ ਤਾਂ ਅਸੀਂ ਦਵਾਤੀ, ਆਜ਼ਾਦੀ ਤਾਂ ਅਸੀਂ ਮੂਹਰੇ ਲੱਗ ਕੇ ਅਸੀਂ ਫਾਂਸੀਆਂ ਤੇ ਚੜ੍ਹ ਗਏ। ਹੁਣ ਇਹ ਹੋਇਆ ਕਿ ਹੁਣ ਤਾਂ ਸਾਡੀ ਲੋੜ ਨਹੀਂ ਹੈਗੀ,
ਕਿ ਹੁਣ ਤਾਂ ਨਾ ਕਿਸੇ ਦਾ ਸਾਡੇ ਉੱਤੇ ਜ਼ੋਰ ਹੈਗਾ ਤੇ ਹੁਣ ਰਾਜ ਸਾਡੇ ਕੋਲ ਆ ਗਿਆ, ਤੇ ਉਸ ਤੋਂ ਬਾਅਦ ਹੁਣ ਇਹ ਤਾਂ ਨਹੀਂ ਹੈਗਾ ਕਿ ਹੁਣ ਇਹਨਾਂ ਦੀ ਲੋੜ ਹੀ ਨਹੀਂ ਹੈਗੀ, ਇਹਨਾਂ ਨੂੰ ਇੱਕ ਪਾਸੇ ਕਰੀਏ, ਇਹ ਇਸ ਕਾਰਨ ਹੋ ਰਿਹਾ? ਨਹੀਂ, ਲੋੜ ਨਾ ਕਹਿਣ ਵਾਲੇ ਉਹ ਕੌਣ ਹੁੰਦੇ ਆ? ਪਹਿਲੀ ਗੱਲ, ਇਹ ਕਿਸੇ ਧਰਮ ਦਾ ਕਿਸੇ ਦਾ ਰਾਸਤਾ ਹੈ ਨਹੀਂ ਨਾ। ਦੇਖੋ, ਕੋਈ ਵੀ ਧਰਮ ਹੋਵੇ, ਚਾਹੇ ਹਿੰਦੂ ਆ, ਮੁਸਲਿਮ ਆ, ਸਿੱਖ ਆ, ਧਰਮ ਹਮੇਸ਼ਾ ਪਿਆਰ ਨਾਲ ਰਹਿਣਾ ਸਿਖਾਉਂਦਾ ਆ। ਧਰਮ ਹਮੇਸ਼ਾ ਬੋਲਦਾ ਕਿ ਪਰਮਾਤਮਾ ਇੱਕ, ਉਹ ਤਾਂ ਸਾਡੀ ਜਿਹੜੀ ਨੈਤਿਕਤਾ ਤੇ ਚੱਲਣ ਨੂੰ ਕਹਿੰਦੇ ਆ। ਇਹ ਸਿਆਸੀ ਲੋਕ ਹੁੰਦੇ ਨੇ ਜਿਹੜੇ ਧਰਮ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਨੇ। ਤੇ ਜੇ ਆਪਾਂ ਆਰਐਸਐਸ ਦੀ ਆਈਡੀਓਲੋਜੀ ਨੂੰ, ਜਿਹੜੀ ਵੀ ਦਿੱਲੀ ਦੇ ਵਿੱਚ, ਪਤਾ ਨਹੀਂ ਦਿੱਲੀ ਦੇ ਵਿੱਚ ਜਦੋਂ ਵੀ ਜਿਹੜੀ ਵੀ ਸਰਕਾਰ ਰਹੀ ਆ, ਉਹਦੀ ਸਾਡੇ ਨਾਲ ਖਾਸ ਕਰਕੇ ਦੁਸ਼ਮਣੀ ਵੀ ਰਹੀ ਆ ਹਮੇਸ਼ਾ। ਇਸ ਚੀਜ਼ ਨੂੰ ਕਿਵੇਂ ਵੇਖਦੇ ਆ? ਕਿਉਂਕਿ ਪੰਜਾਬੀ ਦਾ ਮੁੱਦਾ ਚੱਲ ਰਿਹਾ ਹੁਣ ਇਸ ਵਕਤ ਜੰਮੂ ਕਸ਼ਮੀਰ ਦੇ ਵਿੱਚ, ਜਿਹੜੀ ਪੰਜਾਬੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਦੇ ਵਿੱਚੋਂ ਹਟਾ ਦਿੱਤੀ ਗਈ ਆ, ਬਿੱਲ ਵੀ ਪਾਸ ਹੋ ਗਿਆ। ਇਸ ਚੀਜ਼ ਨੂੰ ਕਿਵੇਂ ਵੇਖਦੇ ਆ ਕਿ ਇਹ ਵੀ ਹੁਣ ਜਾਣਬੁੱਝ ਕੇ, ਕਿਉਂਕਿ ਮੈਂ ਵੀ ਜੰਮੂ ਰਹਿ ਕੇ ਆਇਆ, ਉੱਥੇ ਬਹੁਤ ਲੋਕੀ ਪੰਜਾਬੀ ਵਸਦੇ ਆ, ਸਿੱਖ ਵਸਦੇ ਆ। ਜਿਹੜੀ ਆਪਾਂ ਕਸ਼ਮੀਰੀ, ਡੋਗਰੀ, ਕਾਂਗੜੀ, ਚਾਹੇ ਉਹ ਕੁਝ ਹਿਮਾਚਲ ਦੀਆਂ ਵੀ ਹੋ ਗਈਆਂ, ਪੰਜਾਬੀ ਦੀਆਂ ਉਪਭਾਸ਼ਾਵਾਂ ਨੇ ਉਹ। ਬਿਲਕੁਲ ਠੀਕ ਆ। ਇਹ ਜਦੋਂ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਦੇਖੀਏ ਤਾਂ ਉਹ ਆਬਵੀਅਸ ਪੰਜਾਬ ਦਾ ਹਿੱਸਾ ਸੀਗਾ। ਠੀਕ, ਤੇ ਪੰਜਾਬੀ ਜਿਹੜੀ ਹੈਗੀ ਆ ਬਹੁਤ ਗਿਣਤੀ ਆ ਉੱਥੇ ਬੋਲਣ ਵਾਲੇ ਲੋਕਾਂ ਦੀ। ਇਹ ਤਾਂ ਉਹੀ ਗੱਲ ਕੀਤੀ ਹੈ ਨਾ, ਜਿਵੇਂ ਹਰਿਆਣੇ ਦੇ ਵਿੱਚ ਵੀ ਹੋਈ ਹੈ। ਹਰਿਆਣੇ ਦੇ ਵਿੱਚ ਵੀ ਪੰਜਾਬੀ ਬੋਲਣ ਵਾਲੇ ਕਿੰਨੇ ਆ, ਹਿਮਾਚਲ 'ਚ ਦੇਖ ਲਓ ਕਿੰਨੇ ਪੰਜਾਬੀ ਬੋਲਣ ਵਾਲੇ। ਉਹ ਸਿਰਫ ਪਹਿਲਾਂ ਪੰਜਾਬੀ ਸੂਬੇ ਦੇ ਨਾਂ ਦੇ ਉੱਤੇ ਪੰਜਾਬ ਨੂੰ ਛੋਟਾ ਕੀਤਾ ਗਿਆ। ਠੀਕ ਆ, ਉਹ ਬਸ ਉਹੀ ਫਿਰ ਉਹੀ ਗੱਲ ਆਉਂਦੀ ਹੈ ਨਾ ਕਿ ਉਹ ਹਿੰਦੀ ਨੂੰ ਉੱਤੇ ਲੈ ਕੇ ਆਉਣਾ, ਲੋਕਾਂ ਨੂੰ ਬਿਨਾਂ ਗੱਲ ਤੋਂ ਹੁਣ ਭਾਸ਼ਾਈ ਆ ਜਾਂ ਇਹਨਾਂ ਮੁੱਦਿਆਂ ਦੇ ਉੱਤੇ ਲੜਾਉਣਾ। ਤੇ ਆਹੀ ਚੀਜ਼ ਆ ਵੀ ਪੰਜਾਬੀ ਸਿਰਫ ਪੰਜਾਬ ਦੀ ਆ, ਇੱਥੇ ਤੱਕ ਸੀਮਤ ਕਰਨਾ ਚਾਹੁੰਦੇ, ਜਦ ਕਿ ਸੱਚ ਨਹੀਂ। ਹੁਣ ਕੈਨੇਡਾ ਵਰਗਿਆਂ ਦੇ ਵਿੱਚ ਤਾਂ, ਕੈਨੇਡਾ ਦੀ ਕੰਟਰੀ ਦੇ ਵਿੱਚ ਸਾਡੀ ਪੰਜਾਬੀ ਭਾਸ਼ਾ ਦੇਖੋ ਦੂਜੇ ਨੰਬਰ ਤੇ ਆਉਂਦੀ ਆ ਉੱਥੇ। ਬਿਲਕੁਲ ਬਿਲਕੁਲ। ਕੈਨੇਡਾ ਜਦ ਕਿ ਸਾਡਾ ਦੇਸ਼ ਵੀ ਨਹੀਂ ਹੈਗਾ, ਦੇਸ਼ ਵੀ ਨਹੀਂ ਹੈਗਾ ਸਾਡਾ, ਉਹਨਾਂ ਨਾਲ ਕਲਚਰ ਵੀ ਨਹੀਂ ਮੈਚ ਕਰਦਾ, ਸਾਡਾ ਕੁਝ ਵੀ ਨਹੀਂ ਮੈਚ ਕਰਦਾ। ਬਿਲਕੁਲ ਬਿਲਕੁਲ। ਮੈਮ, ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਆ? ਪਿਛਲੇ ਸਮੇਂ ਦੇ ਵਿੱਚ ਸੋਸ਼ਲ ਵਰਕਿੰਗ ਦੇ ਉੱਤੇ ਵੀ ਕਾਫੀ ਕੁਝ ਵਾਦ ਵਿਵਾਦ ਚੱਲਿਆ ਪੰਜਾਬ ਦੇ ਵਿੱਚ, ਬਹੁਤ ਵੱਡਾ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਛੋਟਾ ਨਹੀਂ, ਟੀਵੀ ਵਿੱਚ ਵੀ ਟੀਵੀ ਵਾਲਿਆਂ ਨੇ ਕਵਰੇਜ ਕੀਤੀ ਹੈ, ਔਰ ਸਰਕਾਰੀ ਮੁਲਾਜ਼ਮ ਖਾਸ ਤੌਰ ਦੇ ਉੱਤੇ ਪੁਲਿਸ ਦੇ ਮੁਲਾਜ਼ਮ ਵੀ ਜੋ ਸੋਸ਼ਲ ਵਰਕ ਕਰਦੇ ਸਨ, ਉਹਨਾਂ ਦਾ ਵੀ ਨਾਂ ਵਿੱਚ ਆਇਆ, ਵਾਦ ਵਿਵਾਦ ਬਹੁਤ ਵੱਡਾ ਚੱਲਿਆ। ਤੁਸੀਂ ਕਿਵੇਂ ਵੇਖਦੇ ਆ ਕਿ ਸੋਸ਼ਲ ਵਰਕ ਕਿਵੇਂ ਕਰਨਾ ਚਾਹੀਦਾ, ਤੇ ਤੁਹਾਡੀ ਨਿਗਾਹ ਦੇ ਵਿੱਚ ਕੋਈ ਇਹੋ ਜਿਹਾ ਸੋਸ਼ਲ ਵਰਕਰ ਹੈਗਾ ਹਲੇ ਵੀ ਜਿਹੜਾ ਵਾਕਈ ਸਹੀ ਕਰਦਾ ਹੋਵੇ, ਜਿਹਦੇ ਉੱਤੇ ਲੋਕੀ ਭਰੋਸਾ ਕਰ ਸਕਣ? ਕਿਉਂਕਿ ਬਾਹਰ ਤੋਂ ਬਹੁਤ ਜਨਤਾ ਜਿਹੜੀ ਆ ਡਾਲਰ ਵੀ ਭੇਜਦੀ ਆ, ਖੂਨ ਪਸੀਨੇ ਦੀ ਕਮਾਈ ਭੇਜਦੀ ਹੈ, ਤਾਂ ਤੁਹਾਡੀ ਨਜ਼ਰ ਵਿੱਚ ਤੁਸੀਂ ਕਿਹਨੂੰ ਮੰਨਦੇ ਆ ਕਿ ਇਹ ਵਾਕਈ ਸਹੀ ਹੈਗਾ? ਨਹੀਂ, ਦੇਖੋ, ਮੈਂ ਕਿਸੇ ਨੂੰ ਕੋਈ ਖਿਤਾਬ ਦੇਣ ਵਾਲੀ ਕੌਣ ਹੁੰਦੀ ਆ, ਪਹਿਲੀ ਗੱਲ ਹੈ ਨਾ। ਤੇ ਮੈਂ ਤਾਂ ਖੁਦ ਕਦੇ ਆਪਦੇ ਆਪ ਨੂੰ ਐਜ਼ ਅ ਸੋਸ਼ਲ ਵਰਕਰ ਨਹੀਂ ਲੈਂਦੀ ਹੈਗੀ, ਮੈਂ ਸੋਸ਼ਲ ਐਕਟਿਵਿਸਟ ਲੈਂਦੀ ਆ ਆਪਦੇ ਆਪ ਨੂੰ। ਤੇ ਜੇ ਆਪਾਂ ਸੋਸ਼ਲ ਵਰਕਰਸ ਦੀ ਇੱਥੇ ਨਾ ਜਿਹੜੇ ਵੀ ਡੋਨਰ ਹੈਗੇ ਨੇ, ਮੈਂ ਜਦੋਂ ਇਹ ਮੁੱਦਾ ਉੱਠਿਆ ਸੀਗਾ, ਮੈਂ ਉਦੋਂ ਵੀ ਕਿਹਾ ਸੀਗਾ ਕਿ ਜੇ ਤੁਸੀਂ ਬਿਨਾਂ ਸੋਚੇ ਸਮਝੇ ਮੈਂ ਜਾਂ ਕੋਈ ਵੀ ਹੋਰ ਕਿਸੇ ਨੂੰ ਵੀ XYZ ਨੂੰ ਤੁਸੀਂ ਪੈਸੇ ਗਲਤ ਭੇਜੋਗੇ ਵੀ ਹਾਂ ਤੂੰ ਮੇਰੀ ਜਗ੍ਹਾ ਤੇ ਕੰਮ ਕਰਦੇ, ਤਾਂ ਪੈਸੇ ਦਾ ਮਿਸਯੂਜ਼ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ। ਜਦੋਂ ਪੈਸੇ ਭੇਜਦੇ ਹੋ ਉਦੋਂ ਦੇਖਣਾ ਚਾਹੀਦਾ ਹੈ ਕਿ ਪੈਸੇ ਮੇਰੇ ਸਹੀ ਜਗ੍ਹਾ ਤੇ ਲੱਗਣ। ਠੀਕ ਆ। ਹੁਣ ਜੇ ਆਪਾਂ ਇਹੀ ਗੱਲ ਕਰ ਲਈਏ ਵੀ ਜਿਹੜੇ NRI ਬਾਹਰ ਬੈਠੇ ਨੇ, NRI ਬਾਹਰ ਬੈਠੇ ਨੇ, ਮੋਸਟਲੀ ਉਹਨਾਂ ਦੀਆਂ ਰੂਟਸ ਪਿੰਡ ਨੇ, ਤਾਂ ਉਹ ਆਪਦੇ ਪਿੰਡਾਂ ਤੋਂ ਹੀ ਪ੍ਰੋਗਰੈਸ ਕਿਉਂ ਨਹੀਂ ਸ਼ੁਰੂ ਕਰਦੇ? ਆਪਦੇ ਪਿੰਡ ਦੇ ਵਿੱਚ ਹੀ ਇਹੋ ਜਿਹੇ, ਜਿਵੇਂ ਆਪਣੇ ਪਿੰਡਾਂ ਦੇ ਵਿੱਚ ਕਲੱਬ ਬਣੇ ਹੁੰਦੇ ਨੇ, ਕਲੱਬ ਬਣਾਓ, ਆਪਣੇ ਪਿੰਡਾਂ ਦੇ ਵਿੱਚ ਹੀ ਡਿਊਟੀ ਅਸਾਈਨ ਕਰੋ ਵੀ ਇੰਨਾ ਫੰਡ ਇਕੱਠਾ ਹੋਇਆ, ਆਹ ਪਿੰਡ ਦੀ ਇਸ ਡਿਵੈਲਪਮੈਂਟ ਤੇ ਇਸ ਪਾਸੇ ਲਾਉਣਾ। ਜਿਵੇਂ ਜਿਹੜੇ ਵੀ ਇਹ ਗੋਲਡੀ ਹੁਣੇ ਜਿਨ੍ਹਾਂ ਦੀ ਵੀ ਤੁਸੀਂ ਗੱਲ ਕਰਦੇ ਹੋ, ਘਰ ਬਣਾਉਂਦੇ ਨੇ ਲੋਕਾਂ ਦੇ। ਠੀਕ ਆ। ਜੇ ਉਹੀ ਜਿਹੜੇ ਪੈਸੇ ਲੋਕ ਉਹਨਾਂ ਨੂੰ ਦਿੰਦੇ, ਉਹ ਆਪਦੇ ਪਿੰਡਾਂ ਦੇ ਵਿੱਚ ਜਾਂ ਕੁਝ ਕੁ ਪਿੰਡਾਂ ਦਾ ਗਰੁੱਪ ਬਣਾ ਕੇ, ਠੀਕ ਹੈ, ਕਲੱਬ ਬਣਾ ਦੇਣ, ਜਿਹੜੇ ਅੱਗੋਂ ਉਹਨਾਂ ਦੇ ਜਿਨ੍ਹਾਂ ਲੋਕਾਂ ਦੇ ਨਹੀਂ ਹੈਗੇ ਉਹਨਾਂ ਦੇ ਤਰੀਕੇ ਦੇ ਨਾਲ ਉਹਨਾਂ ਦੇ ਘਰ ਬਣਾ ਕੇ ਦੇਣ। ਤੇ ਬਾਕੀ ਇਹਨਾਂ ਦਾ ਜੇ ਪਲੈਨਿੰਗ ਕਮਿਸ਼ਨ ਦੇ ਵਿੱਚ ਵੀ ਬਹੁਤ ਸਾਰੇ ਇਹਨਾਂ ਦੇ ਫੰਡ ਹੁੰਦਾ, ਬਹੁਤ ਕੁਝ ਹੁੰਦਾ ਆ, ਸਾਰੀਆਂ ਚੀਜ਼ਾਂ ਨੂੰ ਯੂਟਿਲਾਈਜ਼ ਕੀਤਾ ਜਾਵੇ। ਪੰਚਾਇਤ ਦਾ ਫੰਡ ਹੁੰਦਾ ਨਾ, ਫੰਡ ਨੂੰ ਯੂਟਿਲਾਈਜ਼ ਕੀਤਾ ਜਾਵੇ। ਸੋ ਪੈਸੇ ਆ ਜਿਹੜੇ ਸਹੀ ਤਰੀਕੇ ਸਹੀ ਜਗ੍ਹਾ ਤੇ ਲੱਗ ਸਕਦੇ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਕੋਈ ਸਪੈਸੀਫਿਕਲੀ ਵੀ ਜੇ ਸੋਸ਼ਲ ਵਰਕਰ ਬਣਨਾ ਤਾਂ ਇਕੱਲੇ ਸੋਸ਼ਲ ਵਰਕਰ ਵੀ ਬਣ ਕੇ ਦੇਖਣਾ ਆ। ਸੋ ਇਹ ਤਾਂ ਜਿਹੜੀ ਸੋਸ਼ਲ ਵਰਕ ਹੈ ਇਹ ਤਾਂ ਸਾਡਾ ਸਾਈਡ ਤੇ ਕੰਮ ਆ। ਸੋਸ਼ਲ ਵਰਕ ਜੇ ਮੈਂ ਆਪਣੇ ਤਰੀਕੇ ਨਾਲ ਦੇਖਾਂ ਤਾਂ ਅਸਲ ਦੇ ਵਿੱਚ ਆਪਦੀ ਕਿਰਤ 'ਚ ਹੁੰਦਾ ਆ। ਬਿਲਕੁਲ ਠੀਕ ਆ, ਵੀ ਜਿਹੜੀ ਅਸੀਂ ਆਪਣੀ ਕਿਰਤ ਕੀਤੀ ਹੈ, ਜਿਹੜੀ ਅਸੀਂ ਵੰਡ ਕੇ ਛਕਣੀ ਆ, ਉਹਦੇ ਵਿੱਚੋਂ ਅਸੀਂ ਸੇਵਾ ਕਰਨੀ ਆ। ਬਟ ਜਿਹੜੇ ਜਿਸ ਤਰੀਕੇ ਨਾਲ ਵੀ ਕਿਸੇ ਦਾ ਪੈਸਾ ਲੈ ਕੇ, ਉਹ ਤਾਂ ਇੱਕ ਏਜੰਟ ਵਾਲਾ ਕੰਮ ਆ ਨਾ, ਵੀ ਮੈਂ ਕਿਸੇ ਦਾ ਏਜੰਟ ਆ, ਉਹਨੇ ਮੈਨੂੰ ਪੈਸੇ ਭੇਜੇ ਤੇ ਮੈਂ ਪੈਸੇ ਕਿਸੇ ਤੇ ਲਾਤੇ। ਠੀਕ ਆ, ਉਹ ਜੋ ਅੱਜ ਕੱਲ੍ਹ NGO ਵਾਲਾ ਸਿਸਟਮ ਹੈਗਾ ਆ। ਬਟ ਉਹਦਾ ਫਿਰ ਉਹੀ ਗੱਲ ਹੈ ਨਾ ਕਿ ਸਿਸਟਮ ਦੇ ਵਿੱਚ ਟਰਾਂਸਪੇਰੈਂਸੀ ਇਜ਼ ਵੈਰੀ ਇੰਪੋਰਟੈਂਟ। ਜਿੱਥੇ ਟਰਾਂਸਪੇਰੈਂਸੀ ਆ ਉੱਥੇ ਤੁਸੀਂ ਆਪਣੇ ਪੈਸੇ ਦੇ ਸਕਦੇ ਹੋ। ਹਾਂਜੀ। ਤੇ ਇਸ ਚੀਜ਼ ਨੂੰ ਕਿਵੇਂ ਵੇਖਦੇ ਅਸੀਂ? ਕਈ ਵਾਰੀ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵਾਇਰਲ ਹੋਈ ਹੁੰਦੀਆਂ ਤੇ ਉਹਦੇ ਵਿੱਚ ਕੀ ਵਿਖਾਇਆ ਹੁੰਦਾ ਕਿ ਕੋਈ ਵਿਚਾਰਾ ਬਹੁਤ ਗਰੀਬ ਬੰਦਾ ਹੈਗਾ, ਲੋੜਵੰਦ ਹੈਗਾ, ਤੇ ਸਾਹਮਣੇ ਕਿਉਂਕਿ ਪੂਰੀ ਐਡਿਟ ਕੀਤੀ ਹੁੰਦੀ ਹੈ ਵੀਡੀਓ, ਇਹ ਨਹੀਂ ਕਿ ਕੋਈ ਅਚਾਨਕ ਬਣਾਈ ਹੁੰਦੀ ਹੈ, ਪੂਰੀ ਐਡਿਟ ਕਰਕੇ ਫਿਰ ਪਾਈ ਹੁੰਦੀ ਹੈ ਉਹਨਾਂ ਨੇ,
ਤੇ ਸਾਹਮਣੇ ਵੀਡੀਓ ਬਣਾ ਰਿਹਾ ਹੁੰਦਾ ਕੋਈ ਕੈਮਰਾਮੈਨ, ਤੇ ਉਧਰੋਂ ਆਂਦਾ ਕੋਈ, ਪੂਰੀ ਪਲਾਨਡ ਕੀਤੀ ਹੁੰਦੀ ਆ, ਤੇ ਆ ਕੇ ਉਹਨੂੰ ਪਲਾਨ ਵੀ ਕੀਤੀ ਹੁੰਦੀ ਆ, ਮੋਨੇਟਾਈਜੇਸ਼ਨ ਵੀ ਕੀਤੀ ਹੁੰਦੀ ਆ, ਉਹਦੇ ਤੇ ਐਡ ਵੀ ਲੱਗੀ ਹੁੰਦੀ ਆ, ਸਾਰਾ ਕੁਝ ਹੀ ਹੁੰਦਾ ਆ। ਉਹ ਉਸ ਗਰੀਬ ਬੰਦੇ ਨੂੰ ਉਹ ਸਿਰਫ 200 ਰੁਪਏ ਦਿੰਦਾ ਤੇ ਉਸ ਦੀ ਵੀਡੀਓ ਬਣਾ ਲੈਂਦਾ, ਉਹ ਵੀਡੀਓ ਵਾਇਰਲ ਹੁੰਦੀ ਹੈ। ਉਸ ਵਾਇਰਲ ਵੀਡੀਓ ਤੋਂ ਜਿਹੜਾ ਵੀਡੀਓ ਬਣਾਉਣ ਵਾਲਾ ਹੁੰਦਾ ਉਹ ਪਤਾ ਨਹੀਂ ਕਿੰਨੇ ਲੱਖਾਂ ਰੁਪਏ ਕਮਾ ਲੈਂਦਾ। ਤੇ ਉਹ ਉਸ ਚੀਜ਼ ਨੂੰ ਕਿਵੇਂ ਵੇਖਦੇ ਆ? ਦੇਖੋ ਇਹਦੇ ਵਿੱਚ ਗਲਤੀ ਤਾਂ ਜਿਹੜੇ ਦੇਣ ਵਾਲੇ ਉਹਨਾਂ ਦੀ ਆ ਪਹਿਲੇ ਨੰਬਰ ਤੇ, ਠੀਕ ਆ। ਉਹ ਤਾਂ ਸਾਡੇ ਤੇ ਠੱਗੂ ਹੀ ਤੁਰੇ ਫਿਰਦੇ ਨੇ ਨਾ, ਠੱਗਾਂ ਦਾ ਤਾਂ ਦੇਸ਼ ਆ ਸਾਡਾ, ਜਗਾੜੂ ਕਹਿੰਦੇ ਆ, ਠੱਗੀ ਕਹਿੰਦੇ ਆ। ਠੱਗੀ ਮਾਰਨੀ ਤਾਂ ਇਹਨਾਂ ਦੇ ਕਹਿੰਦੇ ਵੀ ਮੈਂ ਮਾਫ ਕਰਨਾ, ਜੇ ਇਹ ਸਾਡੇ ਖੂਨ ਦੇ ਵਿੱਚ ਨਿਡਰਤਾ ਆ ਨਾ, ਇਹ ਗੱਦਾਰੀ ਵੀ ਸਾਡੇ ਖੂਨ ਦੇ ਵਿੱਚ ਆ। ਸਾਡੀ ਕੌਮ ਦੇ ਵਿੱਚ ਗੱਦਾਰ ਵੀ ਬੜੇ ਹੋਏ ਆ ਜਿਨ੍ਹਾਂ ਦੀ ਅਸੀਂ ਗੱਲ ਹੀ ਨਹੀਂ ਕਰਦੇ, ਤੇ ਉਸੇ ਤਰ੍ਹਾਂ ਠੱਗ ਵੀ ਤੁਰੇ ਹੋਏ ਨੇ। ਠੀਕ ਆ, ਠੱਗ ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਤੇ ਲੋਕ ਖੇਡੇ ਜਾਂਦੇ ਨੇ। ਸੋ ਇਹ ਤਾਂ ਲੋਕਾਂ ਨੂੰ ਵੀ ਦਿਖਦਾ ਆ, ਕਲੀਅਰ ਆ। ਦੇਖੋ ਪੋਸਟ ਅਸੀਂ ਵੀ ਕਈ ਵਾਰ, ਜਿਵੇਂ ਹੈ ਨਾ ਮੇਰੇ ਕੋਲ ਵੀ ਕੋਈ ਆ ਜਾਂਦਾ ਆ ਵੀ ਇਹਨੂੰ ਹੈਲਪ ਦੀ ਲੋੜ ਆ, ਅਸੀਂ ਵੀ ਉਹਦਾ ਬੰਦੇ ਦਾ ਨੰਬਰ ਲਾ ਕੇ ਕਈ ਵਾਰ ਫੇਸਬੁੱਕ ਦੇ ਉੱਤੇ ਸ਼ੇਅਰ ਕਰਦੇ ਨੇ, ਪਰ ਉਦੋਂ ਕਰਦੇ ਜਦੋਂ ਕੋਈ ਜੈਨੂਇਨ ਹੁੰਦਾ ਆ। ਠੀਕ ਆ, ਬਾਕੀ ਜੈਨੂਇਨ ਵੈਰੀਫਾਈ ਕਰਕੇ ਵੀ ਹਾਂਜੀ ਬਾਕੀ ਕਿਸੇ ਨੂੰ ਹੈਲਪ ਦੀ ਲੋੜ ਆ, ਆਪ ਵੀ ਕਰ ਦਈਦੀ ਆ, ਫਿਰ ਜਦੋਂ ਲੱਗਦਾ ਕਿਸੇ ਤੋਂ ਕਰਾਉਣ ਦੀ ਲੋੜ ਆ ਉਦੋਂ ਕਰਾ ਵੀ ਦਈਦੀ ਆ, ਹੈ ਨਾ। ਤੇ ਪਰ ਆ ਜਿਹੜੇ ਤਰੀਕੇ ਨਾਲ ਚੱਲਦੇ ਇਹ ਤਾਂ ਸਾਫ਼ ਜਿਹੜੀਆਂ ਚੀਜ਼ਾਂ ਦਿਖਦੀਆਂ ਨੇ ਉੱਤੇ ਦੀ, ਉਹਨਾਂ ਦੇ ਉੱਤੇ ਐਡ ਲੱਗੀ ਹੋਈ ਆ, ਇੰਨੀਆਂ ਵੀਡੀਓਜ਼ ਕਿਵੇਂ ਜਾਂਦੀ ਆ, ਹੈ ਨਾ। ਮਤਲਬ ਸੋਚੋ ਵੀ ਕਈ ਵਾਰ ਮਿਲੀਅਨ ਮਤਲਬ ਕਈ ਮਿਲੀਅਨ ਵਿਊਜ਼ ਹੁੰਦੇ ਨੇ, ਤਾਂ ਉਹਨਾਂ ਤੋਂ ਫਿਰ ਜੀ ਤੇ ਮਿਲੀਅਨਸ ਵਿਊਜ਼ ਨੇ, ਤਾਂ ਉਹ ਵੀਡੀਓ ਦੇ ਉੱਤੋਂ ਪੈਸੇ ਕਿੰਨੇ ਇਕੱਠੇ ਕੀਤੇ ਗਏ ਹੋਣਗੇ। ਪਰ ਦੇਣ ਵਾਲੇ ਨੂੰ ਸੋਚਣਾ ਚਾਹੀਦਾ ਆ। ਮੈਨੂੰ ਲੱਗਦਾ ਹੈ ਕਿ ਡੋਨਰ ਇੱਥੇ ਜ਼ਿਆਦਾ ਰਿਸਪੌਂਸਿਬਲ ਆ, ਕਿ ਜੇ ਉਹ ਦੇਣਗੇ ਤਾਂ ਜਿਨ੍ਹਾਂ ਨੇ ਲੈਣਾ ਆ, ਠੱਗੀ ਮਾਰਨੀ ਆ ਨਾ, ਉਹਨਾਂ ਨੂੰ ਮੌਕਾ ਚਾਹੀਦਾ ਨਾ। ਆਹ ਹੱਥ ਆ, ਇਹ ਤਾਂ ਕਹੂਗਾ ਦੇ ਦੇ ਦੇ, ਹੋਰ ਦੇ ਦੇ, ਹੋਰ ਦੇ ਦੇ, ਇਹਨੇ ਤਾਂ ਮੰਗੀ ਜਾਣਾ ਨੇ, ਰੁਕਣਾ ਥੋੜੀ ਆ। ਅੱਛਾ ਮੈਮ, ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਪ੍ਰੋਬਲਮਸ ਵੀ ਆਉਂਦੀਆਂ ਨੇ, ਇਹੋ ਜਿਹੇ ਮਤਲਬ ਕਿ ਕਹਿ ਲਓ ਕਿ ਸਿਲਸਿਲੇ ਚੱਲਦਾ ਹੁੰਦਾ, ਜਿਹਨੂੰ ਰੰਜ ਕਹਿ ਦਿੰਦੇ ਆ। ਤੇ ਮੈਨੂੰ ਸ਼ੇਰ ਯਾਦ ਆ ਰਿਹਾ, ਕਹਿੰਦੇ ਹੁੰਦੇ ਆ ਵੀ ਹਰ ਇੱਕ ਰੰਜ ਮੇਂ ਰਾਹਤ ਹੈ ਆਦਮੀ ਕੇ लिए, ਪਿਆ में मौत भी मुजदा है ਜ਼ਿੰਦਗੀ ਕੇ लिए। ਕਿ ਹਰ ਇੱਕ ਰੰਜ ਦੇ ਵਿੱਚ ਨਾ ਕੁਝ ਇਹੋ ਜਿਹੀ ਚੀਜ਼ ਛੁਪੀ ਹੁੰਦੀ ਹੈ ਜਿਹੜੀ ਉਹਦੇ ਵਿੱਚ ਨਿਕਲ ਕੇ ਆਉਂਦੀ ਹੈ, ਉਹ ਸਾਡੇ ਭਲਾਈ ਦੇ ਲਈ ਹੁੰਦੀ ਹੈ, ਬਸ਼ਰਤੇ ਅਸੀਂ ਉਸ ਨੂੰ ਇਸਤੇਮਾਲ ਕਰਨਾ ਸਿੱਖ ਲਈਏ। ਬਿਲਕੁਲ, ਮੈਂ ਮੰਨਦੀ ਹਾਂ ਇਸ ਚੀਜ਼ ਜੀ। ਤਾਂ ਤੁਹਾਡੀ ਜ਼ਿੰਦਗੀ ਵਿੱਚ ਤਾਂ ਬਹੁਤ, ਤੁਹਾਡੀ ਉਮਰ ਦੇ ਹਿਸਾਬ ਨਾਲ ਬਹੁਤ ਕੁਝ ਤੁਹਾਡੀ ਜ਼ਿੰਦਗੀ 'ਚ ਵਾਪਰਿਆ, ਤੇ ਕੀ ਕਹਿਣਾ ਚਾਹੋਗੇ ਤੁਸੀਂ? ਕਿਉਂਕਿ ਮੋਟੀਵੇਟ ਵੀ ਤੁਸੀਂ ਬਹੁਤ ਲੋਕਾਂ ਨੂੰ ਕਰਦੇ ਹੋ, ਤੇ ਮੈਂ ਕਿਉਂਕਿ ਹੁਣ ਇੰਨਾ ਸਮਾਂ ਨਹੀਂ ਹੈ, ਕਿਉਂਕਿ ਜ਼ਿੰਦਗੀ ਤੁਹਾਡੀ 'ਚ ਬਹੁਤ ਕੁਝ ਹੋਇਆ, ਜੇ ਮੈਂ ਲਾ ਲਾਂ ਤਾਂ ਸ਼ਾਇਦ ਸਮਾਂ ਮੁੱਕ ਜਾਣਾ। ਸੋ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਲੋਕਾਂ ਦੇ ਨਾਲ, ਜਾਂ ਉਹਨਾਂ ਖਾਸ ਤੌਰ ਦੇ ਉੱਤੇ ਲੜਕੀਆਂ ਦੇ ਨਾਲ ਜੋ ਇਸ ਤਰੀਕੇ ਦਾ ਉਹਨਾਂ ਦੇ ਨਾਲ ਹੁੰਦਾ, ਜਦੋਂ ਤੁਸੀਂ NGO ਵੀ ਚਲਾਉਂਦੇ ਹੋ, ਮਦਦ ਵੀ ਕਰਦੇ ਹੋ ਚਾਈਲਡ ਅਬਿਊਜ਼ ਦੇ ਖਿਲਾਫ ਤੁਸੀਂ, ਤਾਂ ਕੀ ਕਹਿਣਾ ਚਾਹੋਗੇ ਤੁਸੀਂ ਜੋ ਹੁਣ ਤੱਕ ਤੁਸੀਂ ਵੇਖਿਆ, ਜਾਂ ਹੋਰਾਂ ਨਾਲ ਤੁਹਾਨੂੰ ਕਾਲਸ ਵੀ ਆਉਂਦੀਆਂ ਜਿਵੇਂ ਤੁਸੀਂ ਦੱਸਦੇ ਹੋ, ਤਾਂ ਕਿਹੜੇ ਕੇਸ ਹੋਰ ਦਿਲਚਸਪ ਤੁਹਾਡੇ ਸਾਹਮਣੇ ਆਏ ਨੇ? ਨਹੀਂ, ਜੇ ਤੁਸੀਂ ਚਾਈਲਡ ਅਬਿਊਜ਼ ਦੀ ਗੱਲ ਕਰਦੇ ਹੋ, ਮੈਂ ਹੁਣ ਤਾਂ ਮੈਂ ਸ਼ਰੇਆਮ ਆ ਕੇ ਐਕਸੈਪਟ ਕੀਤੀ ਹੈ ਕਿ ਆਈ ਵਾਸ ਵਿਕਟਮ, ਹੈ ਨਾ। ਮੈਂ ਖੁਦ ਜਿਹੜੀਆਂ ਚੀਜ਼ਾਂ ਮੈਂ ਕਹਿੰਦਾ ਕਿ ਇਹ ਸਿਲਸਿਲਾ ਕਿਸੇ ਦੇ ਨਾਲ ਵੀ, ਜਿਹਦੇ ਨਾਲ ਵੀ ਹੁੰਦਾ, ਇੱਕ ਵਾਰ ਹੁੰਦਾ ਨਹੀਂ, ਉਹਦੇ ਨਾਲ ਬਾਰ-ਬਾਰ ਹੁੰਦਾ। ਜਿਹੜਾ ਇੱਕ ਵਾਰ ਵਿਕਟਮ ਬਣਦਾ ਉਹ ਕਈ ਚੀਜ਼ਾਂ ਦੇ ਵਿੱਚ ਚੁੱਪ ਰਹਿਣ ਕਰਕੇ ਬਾਰ-ਬਾਰ ਵਿਕਟਮ ਬਣਦਾ ਆ। ਸੋ ਮੇਰਾ ਜਿਹੜਾ ਦੁਨੀਆ ਦੇ ਅੱਗੇ ਆ ਕੇ ਇਸ ਚੀਜ਼ ਬਾਰੇ ਬੋਲਣ ਦਾ ਸੀ, ਮੈਂ ਅੱਜ ਸੋਚਦੀ ਹਾਂ ਵੀ ਸ਼ਾਇਦ ਉਹ ਚੀਜ਼ਾਂ ਤਾਂ ਹੋਈਆਂ ਕਿਉਂਕਿ ਮੇਰੇ 'ਚ ਹਿੰਮਤ ਸੀਗੀ ਕਿ ਮੈਂ ਕੱਲ੍ਹ ਨੂੰ ਆ ਕੇ ਬੋਲ ਸਕਦੀ ਹਾਂ, ਤੇ ਮੈਨੂੰ ਦੇਖ ਕੇ ਸ਼ਾਇਦ ਹੋਰ ਬਹੁਤ ਬੱਚੀਆਂ ਜਾਂ ਬੱਚੇ, ਜਿਹੜਾ ਚਾਈਲਡ ਅਬਿਊਜ਼ ਹੈ ਨਾ, ਕੱਲੀਆਂ ਮੈਂ ਕਹਾਂ ਕੁੜੀਆਂ ਨਾਲ ਹੁੰਦਾ ਨਹੀਂ, ਇਹ ਦੋਨਾਂ ਨਾਲ ਹੀ ਹੁੰਦਾ ਆ, ਤੇ ਮੁੰਡਿਆਂ ਨਾਲ ਤਾਂ ਬਹੁਤ ਹੀ ਜ਼ਿਆਦਾ ਭਿਅੰਕਰ ਤਰੀਕੇ ਨਾਲ ਹੁੰਦਾ ਆ। ਤੇ ਮੇਰੇ ਕੋਲ ਇਹੋ ਜਿਹੇ ਕੇਸ ਵੀ, ਉਹ ਵੀ ਤੁਹਾਨੂੰ ਮੈਂ ਦੱਸਾਂਗੀ। ਤੇ ਜਦੋਂ ਕਿਸੇ ਦੇ ਨਾਲ ਚਾਈਲਡ ਅਬਿਊਜ਼ ਹੁੰਦਾ ਆ ਤਾਂ ਉਹਦੀ ਸਾਈਕੋਲੋਜੀ ਤੇ ਬਹੁਤ ਮਾੜਾ ਅਸਰ ਹੁੰਦਾ ਆ। ਸੋ ਮੈਨੂੰ ਹਿੰਮਤ ਮਿਲੀ ਕਿ ਮੈਂ ਅੱਗੇ ਆ ਕੇ ਬੋਲਾਂ, ਤੇ ਮੇਰੇ ਬੋਲਣ ਦੇ ਨਾਲ ਉਹਨਾਂ ਬੱਚਿਆਂ ਨੂੰ ਹਿੰਮਤ ਮਿਲੀ ਹੈ ਕਿ ਮੈਨੂੰ ਬੱਚੇ ਲੈਟਰਸ ਲਿਖ ਕੇ ਭੇਜ ਦਿੰਦੇ ਆ। ਜਿਵੇਂ ਪਿੱਛੇ ਜੇ ਲੋਕਡਾਊਨ ਦੀ ਗੱਲ ਆ, ਲੋਕਡਾਊਨ ਜਦੋਂ ਚੱਲ ਰਿਹਾ ਸੀਗਾ, ਤੇ ਉਦੋਂ ਮੈਨੂੰ ਜਲੰਧਰ ਤੋਂ ਇੱਕ ਕੁੜੀ ਨੇ ਲੈਟਰ ਭੇਜੀ। ਉਹਨੇ ਪਹਿਲਾਂ ਮੈਨੂੰ ਕੰਟੈਕਟ ਕੀਤਾ, ਫਿਰ ਮੈਨੂੰ ਉਹਨੇ ਲਿਖ ਕੇ ਭੇਜਿਆ। ਮੈਂ ਕਿਹਾ ਵੀ ਮੈਨੂੰ ਸਾਰਾ ਕੁਝ ਲਿਖਤੀ ਭੇਜ ਦਿੱਤਾ। ਉਹਨੇ ਮੈਨੂੰ ਲੈਟਰ ਭੇਜੀ ਕਿ ਉਹਦਾ ਹੀ ਰੀਅਲ ਬ੍ਰਦਰ ਸੀਗਾ, ਉਹਦੇ ਨਾਲ ਕੰਟੀਨਿਊਸਲੀ, ਉਹ ਛੋਟੀ ਹੁੰਦੀ ਸੀ ਤੇ ਉਹਨੂੰ ਅਬਿਊਜ਼ ਕਰਦਾ ਸੀਗਾ, ਉਹਦੇ ਨਾਲ ਪ੍ਰੋਪਰ ਰੇਪ ਕਰਦਾ ਸੀਗਾ। ਤੇ ਜਦੋਂ ਉਹਨੇ ਦੱਸਿਆ, ਘਰਦਿਆਂ ਨੇ ਵੀ ਨਹੀਂ ਸੁਣਿਆ, ਤੇ ਹੁਣ ਉਹਦਾ ਭਰਾ ਕਿਤੇ ਮਲੇਸ਼ੀਆ ਰਹਿੰਦਾ, ਉਹਨੇ ਵਾਪਸ ਆਉਣਾ। ਤੇ ਇਹੋ ਜਿਹੀ ਦੇਖੋ, ਮੈਂ ਬੋਲੀ, ਕੁੜੀ ਨੇ ਮੇਰੀ ਵੀਡੀਓ ਦੇਖੀ, ਉਹ ਤੋਂ ਉਹਨੂੰ ਹਿੰਮਤ ਆਈ ਤੇ ਉਹਨੇ ਮੈਨੂੰ ਕੰਟੈਕਟ ਕੀਤਾ। ਤੇ ਇਹੋ ਜਿਹੇ ਬਹੁਤ ਸਾਰੇ ਕੇਸਿਸ ਨੇ ਜਿੱਥੇ ਫਿਰ ਉਹਨਾਂ ਨੂੰ ਜਾ ਕੇ ਆਪਾਂ ਬਚਾਇਆ, ਉਹਨਾਂ ਨੂੰ ਜਾ ਕੇ ਰੈਸਕਿਊ ਕੀਤਾ, ਕਿਉਂਕਿ ਉਹਨਾਂ 'ਚ ਹਿੰਮਤ ਆਈ ਬੋਲਣ ਦੀ। ਇਹੋ ਜਿਹੇ ਬਹੁਤ ਸਾਰੇ। ਇੱਕ ਲੜਕੀ ਹੈਗੀ ਆ, ਫਤਿਹਗੜ੍ਹ ਸਾਹਿਬ ਤੋਂ ਸੀ, ਉਹਦਾ ਆਪਦੀ ਉਮਰ ਤੋਂ 15-20 ਸਾਲ ਵੱਡੇ ਬੰਦੇ ਨਾਲ ਵਿਆਹ ਹੋਣ ਲੱਗਿਆ ਸੀਗਾ,
ਤੇ ਉਹ ਕਹਿੰਦੀ ਹੈਲਪ ਕਰ ਦੋ। ਉਹ ਆਪ 18 ਪਲੱਸ ਸੀ। ਮੈਂ ਕਿਹਾ ਮੈਂ ਤੇਰੀ ਕਿਵੇਂ ਆ ਕੇ ਮਦਦ ਕਰਾਂ, ਤੂੰ ਆਪ ਦੱਸ ਹੈ ਨਾ। ਮੈਂ ਉਹਦੇ 'ਚ ਹੌਸਲਾ ਭਰਿਆ, ਜਾਂ ਅਸੀਂ ਜਾਂ ਕਿਸੇ ਵੀ ਲੈਵਲ ਤੇ ਜਦੋਂ ਉਹਨਾਂ 'ਚ ਹੌਸਲਾ ਭਰਦੇ, ਹੌਸਲਾ ਆਉਂਦਾ ਤੇ ਉਹ ਆਪਣੇ ਲਈ ਸਟੈਂਡ ਲੈਣ ਵਾਲੇ ਬਣ ਜਾਂਦੇ ਆ। ਸੋ ਮੈਂ ਇਹ ਸੋਚਦੀ ਹਾਂ ਕਿ ਮੈਂ ਜਾਂ ਕਿਸੇ ਦੇ ਨਾਲ ਵੀ ਜਦੋਂ ਜ਼ਿੰਦਗੀ ਦੇ ਵਿੱਚ ਖਾਸ ਤੌਰ ਤੇ ਸਮਾਜਿਕ ਤੌਰ ਤੇ ਸਾਡੀ ਜ਼ਿੰਦਗੀ 'ਚ ਕੋਈ ਮੁਸ਼ਕਲ ਆਉਂਦੀ ਆ ਤਾਂ ਕਦੇ ਵੀ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਉਹ ਮੁਸ਼ਕਲ ਸਾਨੂੰ ਕਦੋਂ ਕਿਸ ਤਰੀਕੇ ਨਾਲ ਕੀ ਫਾਇਦਾ ਦੇ ਜੇ ਕਿ ਅਸੀਂ ਕਿਸੇ ਹੋਰ ਦੀ ਮਦਦਗਾਰ ਬਣ ਸਕੀਏ, ਸਾਨੂੰ ਨਹੀਂ ਪਤਾ ਹੁੰਦਾ। ਸੋ ਮੈਂ ਤਾਂ ਇਹੀ ਚੀਜ਼ ਦੇਖੀ ਆ ਕਿ ਮੈਂ ਜਿੰਨਾ ਵੀ ਜੇ ਮਾੜੀ ਚੀਜ਼ ਹੰਢਾਈ ਆ ਤਾਂ ਉਹ ਚੀਜ਼ ਨੇ ਮੈਨੂੰ ਇਸ ਕਾਬਿਲ ਬਣਾਇਆ ਕਿ ਮੈਂ ਆਪਦੇ ਨਾਲ ਹੋਰ ਕਈ ਲੋਕਾਂ ਨੂੰ ਬਚਾ ਸਕੀ ਆ। ਤੇ ਇਹੋ ਜਿਹੇ ਹੋਰ ਵੀ ਹੋਣਗੇ ਜਿਨ੍ਹਾਂ ਨਾਲ ਜਦੋਂ ਇਹੋ ਜਿਹਾ ਹੁੰਦਾ ਤੇ ਹੋਰਾਂ ਲਈ ਵੀ ਉਹ ਮਦਦਗਾਰ ਜਾਂ ਮਾਰਗਦਰਸ਼ਕ ਬਣ ਜਾਂਦੇ ਨੇ। ਤੇ ਮੈਮ ਤੁਸੀਂ ਇੱਕ ਵੀਡੀਓ ਦੇ ਵਿੱਚ ਇਹ ਵੀ ਕਿਹਾ ਸੀਗਾ ਕਿ ਮੈਂ ਕੰਸਲਟੇਸ਼ਨ ਹੁਣ ਜਿਹੜੀ ਦੇਣੀ ਆ ਹੁਣ ਫ੍ਰੀ 'ਚ ਨਹੀਂ ਦੇਣੀ ਹੈਗੀ, ਕਿਉਂਕਿ ਜਦੋਂ ਤੁਸੀਂ ਇਹੋ ਜਿਹੇ ਪਬਲਿਕ ਫਿਗਰ ਬਣ ਜਾਂਦੇ ਆ ਤਾਂ ਬਹੁਤ ਲੋਕੀ ਤੁਹਾਡੇ ਤੋਂ ਆਸ ਵੀ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਸਿਮਰਨ ਕੌਰ ਇਦਾਂ ਦੀ ਆ ਵੀ ਬੜਾ ਭਲਾ ਕਰਦੀ ਆ, ਤੇ ਲੋਕਾਂ ਦੀ ਆਸਾਂ ਬਹੁਤ ਵੱਧ ਜਾਂਦੀਆਂ। ਬਿਲਕੁਲ ਦੇਖੋ ਕੰਸਲਟੇਸ਼ਨ ਜੋ ਨੀਡੀ ਆ, ਜੋ ਵਾਕਈ ਅਫੋਰਡ ਨਹੀਂ ਕਰ ਸਕਦਾ, ਉਹਨੂੰ ਤਾਂ ਮੈਂ ਦਊਂਗੀ, ਉਹਨਾਂ ਦਾ ਦਿੰਨੀ ਆ ਨਾ ਫ੍ਰੀ ਦੇ ਵਿੱਚ, ਉਹਨਾਂ ਦੀ ਜਿਵੇਂ ਵੀ ਆ ਫ੍ਰੀ ਦੇ ਵਿੱਚ ਤਾਂ ਉਹਨਾਂ ਦਾ ਕੇਸ ਵੀ ਲੜਾਂਗੇ, ਠੀਕ ਆ। ਜਿਵੇਂ ਹੁਣ ਛੋਟੇ ਬੱਚਿਆਂ ਦਾ ਕੇਸ ਆ, ਮੈਂ ਤੁਹਾਨੂੰ ਉਹੀ ਗੱਲ ਆ ਨਾ, ਛੋਟੇ ਬੱਚਿਆਂ ਦਾ ਕੇਸ ਆ, ਜੇ ਮੇਰੇ ਪੱਲਿਓਂ ਵੀ ਪੈਸੇ ਲੱਗਦੇ ਆ ਮੈਂ ਲਾਉਣੀ ਆ, ਮੈਂ ਲਾਏ ਵੀ ਨੇ, ਠੀਕ ਆ, ਉਸ ਚੀਜ਼ ਦਾ ਮੈਂ ਭੁਗਤੀ ਵੀ ਆ, ਠੀਕ ਆ। ਪਰ ਮੈਂ ਕੋਈ ਵੀ ਚੀਜ਼ ਤਾਂ ਹੀ ਕਰ ਸਕੂੰਗੀ ਜੇ ਮੇਰੇ ਆਪਣੇ ਕੋਲ ਹੋਊਗੀ, ਤੇ ਜੇ ਮੇਰਾ ਪ੍ਰੋਫੈਸ਼ਨ ਆ ਮੈਂ ਸੀਰੀਅਸ ਨਹੀਂ ਲਵਾਂਗੀ। ਜਿਹੜਾ ਮੇਰਾ ਪ੍ਰੋਫੈਸ਼ਨ ਆ, ਜੇ ਮੈਂ ਅਫੋਰਡ, ਦੇਖੋ ਦੋਨੋਂ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਇੱਕ ਹੁੰਦੇ ਲੋੜਵੰਦ, ਇੱਕ ਹੁੰਦੇ ਆ ਕਿ ਉਹਨਾਂ ਨੂੰ ਸਿਰਫ ਤੁਹਾਡੇ ਤੇ ਭਰੋਸਾ ਆ ਪਰ ਉਹ ਅਫੋਰਡ ਕਰ ਸਕਦੇ ਆ, ਤੇ ਫਿਰ ਅਫੋਰਡ ਕਰ ਸਕਦੇ ਆ ਤਾਂ ਫਿਰ ਉਹ ਫੀਸ ਕਿਉਂ ਨਾ ਦੇਣ। ਇਹ ਮੇਰਾ ਪ੍ਰੋਫੈਸ਼ਨ ਵੀ ਆ, ਠੀਕ ਆ, ਪੈਸ਼ਨ ਵੀ ਆ। ਜਿੱਥੇ ਮੇਰਾ ਪੈਸ਼ਨ ਆ ਉੱਥੇ ਮੈਂ ਫ੍ਰੀ ਲੀਗਲ ਏਡ ਵੀ ਦਊਂਗੀ, ਪਰ ਜਿੱਥੇ ਮੇਰਾ ਪ੍ਰੋਫੈਸ਼ਨ ਆ ਵੈਰੀ ਸਟ੍ਰਿਕਟ, ਉੱਥੇ ਜੋ ਮੇਰੀ ਫੀਸ ਆ ਉਹ ਮੈਂ ਫੀਸ ਵੀ ਚਾਰਜ ਕਰੂੰਗੀ, ਮੈਂ ਕਰਦੀ ਆ। ਜੇ ਮੈਂ ਫੀਸ ਚਾਰਜ ਨਹੀਂ ਕਰੂੰਗੀ ਮੈਂ ਆਪਣੀ ਆਰਗੇਨਾਈਜੇਸ਼ਨ ਚਲਾਉਂਗੀ ਕਿਵੇਂ? ਕਿਉਂਕਿ ਜਿੰਨਾ ਕੁਝ ਮੇਰੇ ਨਾਲ ਹੋਇਆ, ਜਦੋਂ ਮੈਂ ਜੇਲ੍ਹ ਜਾ ਕੇ ਆਈ ਆ, ਉੱਥੇ ਜੋ ਮੇਰਾ ਖਰਚਾ ਹੋਇਆ ਜਾਂ ਜੋ ਮੇਰੇ ਕੇਸ ਤੇ ਖਰਚਾ ਹੋਇਆ ਕਿਸੇ ਨੇ ਤਾਂ ਨਹੀਂ ਦਿੱਤਾ, ਨਾ ਮੈਂ ਕਿਸੇ ਤੋਂ ਲੈਣੀ ਆ, ਮੇਰੇ ਆਪਣੇ ਪੱਲਿਓਂ ਹੋਇਆ। ਮੇਰਾ ਹੁਣ ਤੱਕ ਖਰਚਾ ਮਾਪੇ ਦਿੰਦੇ ਰਹੇ ਆ, ਉਹਨਾਂ ਨੇ ਕਦੇ ਮਨਾ ਨਹੀਂ ਕੀਤਾ, ਹੁਣ ਵੀ ਨਹੀਂ ਮਨਾ ਕੀਤਾ, ਮੈਨੂੰ ਸਟੈਬਲਿਸ਼ ਕੀਤਾ, ਮੇਰੇ ਘਰ ਬਣਾਉਣ ਦੇ ਵਿੱਚ ਮਦਦ ਕੀਤੀ ਆ ਮਾਪਿਆਂ ਨੇ। ਮੈਨੂੰ ਨਹੀਂ ਲੱਗਦਾ ਵੀ ਕੁੜੀਆਂ ਦਾ ਮਾਪੇ ਵਿਆਹ ਕਰਕੇ ਪਰੇ ਹੋ ਜਾਂਦੇ ਆ, ਪਰ ਧੰਨ ਆ ਮੇਰੇ ਮਾਪੇ, ਠੀਕ ਆ, ਜਿਨ੍ਹਾਂ ਨੇ, ਜਿਹੜੇ ਮੈਂ ਆਪਣੇ ਤਾਇਆ ਜੀ ਨੂੰ ਕਹਿੰਦੀ ਹੁੰਦੀ ਆ ਨਾ, ਮਤਲਬ ਮੈਂ ਉਹਨਾਂ ਨੂੰ ਫਾਦਰ ਹੀ ਨੇ, ਮੇਰੇ ਫਾਦਰ ਤੋਂ ਬਾਅਦ ਉਹਨਾਂ ਨੇ ਪਾਲਿਆ। ਧੰਨ ਆ ਉਹ ਪਿਓ ਕਿ ਜਿਹਨੇ ਇਹ ਨਹੀਂ ਸੋਚਿਆ ਕਿ ਹਾਂ ਮੈਂ ਧੀ ਦੇ ਵਿਆਹ ਦੇ ਉੱਤੇ ਖਰਚਾ, ਨਹੀਂ, ਉਹ ਕਹਿੰਦਾ ਮੈਂ ਧੀ ਨੂੰ ਪੈਰਾਂ ਤੇ ਕਰਨਾ ਹੈ, ਘਰ ਹੀ ਬਣਾਉਣਾ, ਧੀ ਨੂੰ ਕਿਉਂ ਆਪਾਂ ਕਰਦੇ ਆ ਵਿਆਹ ਕਰਦੇ ਆ ਵੀ ਉਹ ਆਪਣੇ ਪੈਰਾਂ ਤੇ ਹੋ ਜਾਏ, ਉਹ ਆਪਦੇ ਘਰ ਦਾ ਹੋ ਜਾਏ। ਕਹਿੰਦੇ ਉਹ ਘਰ ਨਹੀਂ ਤਾਂ ਫਿਰ ਆ ਸੀ, ਤੇ ਅੱਜ ਜਿਸ ਘਰ ਦੇ ਵਿੱਚ ਮੈਂ ਬੈਠੀ ਆ ਮੇਰੇ ਪਿਓ ਨੇ ਮੈਨੂੰ ਲੈ ਕੇ ਦਿੱਤਾ ਆ, ਠੀਕ ਆ। ਸੋ ਫਿਰ ਉਹ ਜਿਹੜੀਆਂ ਚੀਜ਼ਾਂ ਨੇ, ਮੈਂ ਬਾਕੀ ਚੀਜ਼ਾਂ ਜੇ ਪਿਓ ਨੇ ਇੰਨਾ ਕਰਤਾ, ਬਾਕੀ ਚੀਜ਼ਾਂ ਤਾਂ ਮੈਂ ਆਪ ਵੀ ਕਰਨੀਆਂ ਨੇ। ਜੇ ਮੈਂ ਸੁਸਾਇਟੀ ਲਈ ਕੁਝ ਕਰਨ ਦਾ ਸੋਚਦੀ ਆ ਮੈਂ ਤਾਂ ਹੀ ਕਰ ਪਾਉਂਗੀ ਜੇ ਮੇਰੇ ਆਪਣੇ ਕੋਲ ਪੈਸਾ ਹੋਊਗਾ। ਜੇ ਮੈਂ ਆਪਣੀ ਫੀਸ ਹੀ ਆਪਣੇ ਆਪ ਨੂੰ ਹੀ ਵੱਢੀ ਜਾਊਂਗੀ, ਆਪ ਹੀ ਨਹੀਂ ਖਾਊਂਗੀ, ਤਾਂ ਫਿਰ ਉਹ ਤਾਂ ਬਿਲਕੁਲ ਹੀ ਪਾਗਲਪਨ ਹੁੰਦਾ ਹੈ, ਫਿਰ ਉਹ ਬੰਦਾ ਸਕਸੈਸਫੁਲ ਹੁੰਦਾ ਹੀ ਨਹੀਂ ਕਿਸੇ ਵੀ ਚੀਜ਼ 'ਚ। ਬਿਲਕੁਲ, ਜੇ ਘੋੜਾ ਘਾਹ ਦੇ ਨਾਲ ਹੀ ਦੋਸਤੀ ਕਰ ਲੇ ਫਿਰ ਉਹ ਬਹੁਤਾ ਚਿਰ ਜਿੰਦਾ ਨਹੀਂ ਰਹਿ ਸਕਦਾ। ਬਿਲਕੁਲ ਜਿੱਥੇ ਜ਼ਰੂਰੀ ਆ ਉੱਥੇ ਜ਼ਰੂਰੀ ਆ। ਮੈਂ ਪਹਿਲਾਂ ਹੀ ਕੀ ਕਿਹਾ ਤੁਹਾਨੂੰ, ਸੋਸ਼ਲ ਵਰਕ ਕਿਰਤ ਹੁੰਦੀ ਆ ਜਿਹੜੀ ਵੰਡ ਕੇ ਛਕਣ ਵਾਲੀ ਆ, ਠੀਕ ਹੈ, ਜਿਹੜੀ ਵੰਡ ਕੇ ਅਸੀਂ ਆਪਣੀ ਕਮਾਈ ਦੇ ਵਿੱਚੋਂ ਕਰਾਂਗੇ। ਪਰ ਸਾਡਾ ਸਿਧਾਂਤ ਆ ਨਾ ਕਿਰਤ ਕਰਨੀ ਵੀ ਆ, ਸਿਰਫ ਲਟਾਉਣੀ ਨਹੀਂ ਨਾ ਹੈਗੀ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸੋ ਵੰਡ ਕੇ ਛਕਣਾ ਆ ਤਾਂ ਨਾਲ ਕਿਰਤ ਕਰਨੀ ਵੀ ਆ, ਤੇ ਉਹ ਕਿਰਤ ਆ ਜਿੱਥੇ ਜਿਹੜਾ ਡਿਜ਼ਰਵ ਕਰਦਾ ਹੈ ਉਹਨੂੰ ਫ੍ਰੀ ਲੀਗਲ ਏਡ ਦਿਓ, ਪਰ ਜਿਹੜਾ ਡਿਜ਼ਰਵ ਕਰਦਾ ਨਹੀਂ ਕਰਦਾ ਹੈਗਾ, ਪੇ ਕਰ ਸਕਦਾ, ਮੈਂ ਉਹਨੂੰ ਕਿਉਂ ਛੱਡਾਂ? ਠੀਕ ਹੈ। ਤੇ ਸਿਮਰਨ ਕੌਰ, ਜਿਵੇਂ ਗੱਲ ਕਰਾਂ ਕਿ ਸ਼ੁਰੂ ਤੋਂ ਇਸ ਤਰੀਕੇ ਨਾਲ ਬੇਬਾਕੀ ਨਾਲ ਬੋਲਦੀ ਹੈ, ਤਾਂ ਹੀ ਸਿਮਰਨ ਕੌਰ ਨੇ ਲਾਅ ਕਰਨ ਦੀ ਸੋਚੀ ਸੀ? ਨਹੀਂ, ਮੈਂ ਲਾਅ ਕਰਨ ਦੀ ਐਸਾ ਨਹੀਂ ਸੋਚੀ ਸੀਗੀ। ਮੈਂ ਜੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਮੈਂ ਸੀਗੀ, ਮੈਂ ਤਾਂ ਆਰਮੀ ਆਫੀਸਰ ਬਣਨਾ ਚਾਹੁੰਦੀ ਸੀ, ਮੈਨੂੰ ਬੜਾ ਆਰਮੀ ਦਾ ਕਰੇਜ਼ ਹੁੰਦਾ ਸੀਗਾ, ਤੇ ਪਰ ਮੇਰੇ ਪੈਰ 'ਚ ਫ੍ਰੈਕਚਰ ਹੋ ਗਿਆ ਸੀਗਾ ਮੇਰੀ SSB, ਤੇ ਫਿਰ ਮੈਂ ਉੱਥੋਂ ਵਾਪਸ ਆ ਗਈ। ਫਿਰ ਮੈਂ ਸੋਚਿਆ ਕਿ ਨਹੀਂ ਲਾਅ ਕਰ ਲੈਂਦੀ ਆ। ਫਿਰ ਜਿਹੜੀ ਬੰਦੂਕਾਂ ਚਲਾਉਣ ਦਾ ਜਿਹੜਾ ਤੁਹਾਡੇ ਅੰਦਰ ਉਹ ਹਾਲੇ ਵੀ ਜਜ਼ਬਾ, NCC ਹੁੰਦੀ ਸੀ, ਜ਼ੁਬਾਨ ਜਦੋਂ ਤੁਸੀਂ ਬੋਲਦੇ ਹੋ ਨਜ਼ਰ ਆਉਂਦਾ, ਉਹ ਠੀਕ ਹੈ ਨਾ। ਹੁਣ ਫਿਰ ਉਹ ਬੰਦੂਕਾਂ ਦੀ ਲੜਾਈ ਆਪਾਂ ਕਲਮ ਨਾਲ ਲੜ ਲਾਂਗੇ। ਮੈਨੂੰ ਲੱਗਦਾ ਆ ਕਿ ਜੇ ਇਹ ਮੇਰੀ ਆਪਣੀ ਹੈਗੀ ਆ ਥਿੰਕਿੰਗ ਕਿ ਜਿਵੇਂ ਮੈਂ ਚਾਹੁੰਦੀ ਆ ਵੀ ਮੈਂ ਸੁਸਾਇਟੀ ਲਈ ਜੇ ਵਾਕਈ ਨਿਰਪੱਖ ਹੋ ਕੇ ਨਿਡਰ ਹੋ ਕੇ ਚੱਲਣਾ ਆ ਤਾਂ ਵਕਾਲਤ ਉਹਦੇ ਵਿੱਚ ਬਹੁਤ ਮਦਦਗਾਰ ਹੁੰਦੀ ਆ, ਕਿਉਂਕਿ ਮੇਰੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਮੈਨੂੰ ਪਤਾ ਵੀ ਮੈਂ ਆਪਣੀ ਕਮਾਈ ਕਰਨੀ ਆ, ਆਪਣੀ ਜੌਬ ਕਰਨੀ ਆ, ਮੈਂ ਇੱਕ ਪ੍ਰਾਈਵੇਟ ਵਕੀਲ ਆ, ਮੈਂ ਕਿਸੇ ਦੇ ਅੰਡਰ ਨਹੀਂ ਕੰਮ ਕਰਨਾ, ਮੈਨੂੰ ਕੋਈ ਆਰਡਰ ਦੇਣ ਵਾਲਾ ਨਹੀਂਗਾ, ਠੀਕ ਹੈ।
ਸੋ ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਤੂੰ ਆ ਕਾਤੇ ਕੀਤਾ, ਤੂੰ ਆ ਕਿਉਂ ਨਹੀਂ ਕੀਤਾ। ਮੈਂ ਖੁੱਲ੍ਹ ਕੇ ਹਰੇਕ ਚੀਜ਼ ਦੇ ਉੱਤੇ ਬੋਲ ਸਕਦੀ ਹਾਂ, ਮੈਂ ਖੁੱਲ੍ਹ ਕੇ ਹਰੇਕ ਦੇ ਹੱਕ 'ਚ ਖੜ ਸਕਦੀ ਹਾਂ, ਮੈਨੂੰ ਕੋਈ ਬੰਦਿਸ਼ ਨਹੀਂ ਹੈਗੀ। ਸੋ ਮੈਂ ਆਜ਼ਾਦ ਪਰਿੰਦਾ, ਤੇ ਇਸ ਲਈ ਵਕਾਲਤ ਮੇਰੇ ਵਰਗੇ ਆਜ਼ਾਦ ਪਰਿੰਦੇ ਲਈ ਸਭ ਤੋਂ ਸਹੀ ਚੀਜ਼ ਆ। ਮੇਰੇ ਬਸ 2 ਸਵਾਲ ਰਹਿ ਗਏ ਹੁਣ ਜਿਹੜੇ ਪੁੱਛਣੇ ਆ। ਇੱਕ ਤਾਂ ਪਹਿਲਾ ਸਵਾਲ ਇਹ ਹੈ ਕਿ ਉਹ ਜਿਹੜਾ ਐਕਸਪੀਰੀਅੰਸ ਰਿਹਾ ਹੈ ਜੇਲ੍ਹ ਦਾ ਜੀ, ਔਰ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੁਝ ਮਤਲਬ ਕਿ ਇਦਾਂ ਲੱਗ ਰਿਹਾ ਸੀਗਾ ਵੀ ਜ਼ਿੰਦਗੀ ਬਹੁਤ ਤੇਜ਼ ਚੱਲ ਰਹੀ ਹੈ ਸਪੀਡ ਦੇ ਨਾਲ। ਅਸੀਂ ਜਿਹੜੀ ਤੁਹਾਡੀ ਵੀਡੀਓਜ਼ ਵੇਖ ਰਹੇ ਸੀ ਉਹ ਤੁਸੀਂ ਮਤਲਬ ਕਿ ਕਿਤੇ ਗੱਡੀ ਦੇ ਵਿੱਚ ਕਿਤੇ ਕਿਧਰੇ ਬਹੁਤ ਕੁਝ ਹੋ ਰਿਹਾ ਸੀ ਉਸ ਵਕਤ। ਤਾਂ ਉਹ ਜਿਹੜਾ ਐਕਸਪੀਰੀਅੰਸ ਸੀਗਾ ਥੋੜੇ ਸ਼ਬਦਾਂ ਦੇ ਵਿੱਚ ਕੀ ਸੀਗਾ ਉਹ? ਅਰੈਸਟ ਹੋਣ ਤੋਂ ਪਹਿਲਾਂ ਦਾ ਅਸਲ ਦੇ ਵਿੱਚ ਮੇਰੀ ਜੇਲ੍ਹ ਸੀਗੀ। ਜੇਲ੍ਹ ਜਾ ਕੇ ਤਾਂ ਦਿਮਾਗ ਸ਼ਾਂਤ ਹੋ ਗਿਆ ਸੀਗਾ, ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਬੰਦਾ ਅੰਡਰਗਰਾਉਂਡ ਹੁੰਦਾ, ਫਰਾਰ ਹੁੰਦਾ, ਉਹ ਅਸਲੀ ਤੁਹਾਡੀ ਹੈਗੀ ਹੈ ਜੇਲ੍ਹ। ਤੁਹਾਨੂੰ ਹਰ ਸਮੇਂ ਹੁੰਦਾ ਵੀ ਕੋਈ ਇੱਧਰੋਂ ਆਜੂ, ਕੋਈ ਉੱਧਰੋਂ ਆਜੂਗਾ, ਠੀਕ ਹੈ, ਕਿਉਂਕਿ ਤੁਹਾਡਾ ਇੱਕ ਟਾਰਗੇਟ ਆ। ਮੇਰਾ ਟਾਰਗੇਟ ਸੀਗਾ ਕਿ ਮੈਂ ਕਿਸੇ ਦੇ ਕੋਲੋਂ ਅਰੈਸਟ ਨਹੀਂ ਹੋਣਾ ਚਾਹੁੰਦੀ, ਮੈਂ ਅਰੈਸਟ ਆਪਣੀ ਮਰਜ਼ੀ ਨਾਲ ਦਊਂਗੀ। ਠੀਕ ਹੈ, ਠੀਕ ਆ। ਉਹ ਮੈਨੂੰ ਮੇਰੀ ਚਲੋ ਜਾਂ ਮੇਰੀ ਥਿੰਕਿੰਗ ਆ ਜਾਂ ਜੋ ਵੀ ਆ, ਮੈਨੂੰ ਲੱਗਦਾ ਸੀਗਾ ਕਿ ਜੇ ਮੈਨੂੰ ਉਹਨਾਂ ਨੇ ਅਰੈਸਟ ਕੀਤਾ ਉਹ ਮੇਰੀ ਬੇਇੱਜ਼ਤੀ ਆ, ਉਹ ਜਿੱਤਦੇ ਨੇ। ਪਰ ਜੇ ਮੈਂ ਆਪ ਅਰੈਸਟ ਦਊਂਗੀ ਉਹ ਮੇਰੀ ਸੱਚਾਈ ਦੀ ਜਿੱਤ ਆ। ਸੋ ਉਸ ਸਮੇਂ ਨਾ 1 ਮਹੀਨਾ ਮੈਂ ਅੰਡਰਗਰਾਉਂਡ ਰਹੀ ਆ, ਉਹ ਕਾਈਂਡ ਆਫ ਉਹ ਗੁੱਡ ਐਕਸਪੀਰੀਅੰਸ ਨਹੀਂ ਸੀਗਾ ਉਹ ਕਦੇ। ਨਾਲੇ ਦੂਜੀ ਗੱਲ ਹੁੰਦੀ ਹੈ ਜੀ, ਜਿੰਨੇ ਮਰਜ਼ੀ ਆਪਣੇ ਹੈ ਨਾ ਖਾਸ ਹੋਣ, ਮੇਰੀ ਬਹੁਤ ਮਦਦ ਕੀਤੀ ਆ ਸਾਰਿਆਂ ਨੇ, ਪਰ ਫਿਰ ਵੀ ਕਿਸੇ ਦੇ ਘਰ ਕਦੇ ਕਿਤੇ ਰਹਿਣਾ, ਕਦੇ ਕਿਤੇ ਰਹਿਣਾ, ਇਹ ਚੀਜ਼ਾਂ ਡਿਫਿਕਲਟ ਹੁੰਦੀਆਂ ਨੇ। ਸੋ ਜਿੱਦਣ ਮੈਂ ਅਰੈਸਟ ਦੇਤੀ ਤੇ ਮੈਨੂੰ ਪੁਲਿਸ ਲੈ ਕੇ ਜਾ ਰਹੀ ਸੀਗੀ, ਉਦਣ ਮੈਂ ਬਹੁਤ ਸ਼ਾਂਤ ਸੀਗੀ। ਉਦਣ ਮੈਂ ਅਸਲ ਦੇ ਵਿੱਚ ਪੀਸ 'ਚ ਸੀਗੀ, ਤੇ ਮੈਨੂੰ ਐਂ ਲੱਗ ਰਿਹਾ ਸੀ ਵੀ ਉਦੋਂ, ਕਿਉਂਕਿ ਉਦੋਂ ਸਿਰਫ ਮੇਰੀ ਜਿਹੜਾ ਸਰੀਰ ਆ ਉਹ ਕੈਦ ਸੀਗਾ, ਮੇਰੀ ਰੂਹ ਆਜ਼ਾਦ ਸੀਗੀ। ਪਰ ਉਦੋਂ 1 ਮਹੀਨਾ ਪਹਿਲਾਂ ਮੇਰੀ ਰੂਹ ਕੈਦ ਦੇ ਵਿੱਚ ਸੀਗੀ, ਮੈਂ ਨਾ ਖੁੱਲ੍ਹ ਕੇ ਸੋਚ ਪਾ ਰਹੀ ਸੀਗੀ। ਸੋ ਮੈਂ ਇਹ ਫੀਲ ਕੀਤਾ ਕਿ ਮੇਰੀ ਰੂਹ ਦੀ ਆਜ਼ਾਦੀ ਸਰੀਰ ਦੀ ਆਜ਼ਾਦੀ ਨਾਲੋਂ ਜ਼ਿਆਦਾ ਇੰਪੋਰਟੈਂਟ ਆ। ਇਹ ਮੇਰੇ ਖਿਆਲ ਨਾਲ ਤੁਹਾਡਾ ਸ਼ਾਇਦ ਜੇਲ੍ਹ ਦਾ ਐਕਸਪੀਰੀਅੰਸ ਹੋਣਾ ਹੀ ਜੇਲ੍ਹ ਜਾਣ ਤੋਂ ਪਹਿਲਾਂ, ਪਰ ਇਸ ਤਰੀਕੇ ਦਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਇਹ ਮੇਰੇ ਖਿਆਲ ਨਾਲ ਅੱਜ ਕੱਲ੍ਹ ਦੀ ਜ਼ਿੰਦਗੀ ਜਿਸ ਤਰੀਕੇ ਦੀ ਚੱਲ ਰਹੀ ਹੈ ਇਨਸਾਨ ਦੀ, ਉਹ ਇਨਸਾਨ ਇਸ ਤਰੀਕੇ ਨਾਲ ਹੀ ਹੋ ਰਿਹਾ ਉਹਦੇ ਨਾਲ। ਘਰ ਤੋਂ ਆਫਿਸ ਵਾਸਤੇ ਨਿਕਲਦਾ ਹੈ ਤੇਜ਼ੀ ਦੇ ਵਿੱਚ, ਆਫਿਸ ਤੋਂ ਬਾਅਦ ਘਰ ਜਾਣ ਦੀ ਜਲਦੀ ਹੁੰਦੀ ਹੈ, ਘਰ ਤੋਂ ਬਾਅਦ ਸੌਣ ਦੀ ਜਲਦੀ ਹੁੰਦੀ ਹੈ। ਜਦੋਂ ਸੌਣ ਲੱਗਦਾ ਉਦੋਂ ਦਿਮਾਗ 'ਚ ਇਹ ਹੁੰਦਾ ਵੀ ਕੱਲ ਸਵੇਰੇ ਆਫਿਸ ਜਾਣਾ ਹੈ, ਕੱਲ ਕੀ ਕਰਨਾ, ਕੱਲ ਕੀ ਕਰਨਾ। ਉਹੀ ਸਰਕਲ ਚੱਲੀ ਜਾਂਦਾ, ਜ਼ਿੰਦਗੀ ਦੌੜ ਰਹੀ ਹੈ ਇੱਕ ਤਰੀਕੇ ਨਾਲ ਚੱਲਦੀ ਰਹਿੰਦੀ ਹੈ। ਤੇ ਮੈਮ ਜੇ ਮੈਂ ਹੁਣ ਗੱਲ ਕਰਾਂ ਸਿਮਰਨ ਕੌਰ ਦੀ ਜ਼ਿੰਦਗੀ ਦੇ ਵਿੱਚ ਜ਼ਿੰਦਾਬਾਦ ਔਰ ਮੁਰਦਾਬਾਦ ਦੀ ਕੀ ਅਹਿਮੀਅਤ ਹੈਗੀ ਹੈ? ਕਿਉਂਕਿ ਅਸੀਂ ਵੇਖਦੇ ਹਾਂ ਕਿ ਜ਼ਿੰਦਾਬਾਦ ਵੀ ਤੁਹਾਡੀ ਬਹੁਤ ਹੁੰਦੀ ਹੈ, ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਮੁਰਦਾਬਾਦ ਵੀ ਤੁਹਾਨੂੰ ਬਹੁਤ ਲੋਕੀ ਕਰਦੇ ਹੋਣਗੇ। ਓਕੇ, ਦੇਖੋ ਜਦੋਂ ਵੀ ਆਪਾਂ ਕਿਸੇ ਵੀ ਰਾਹ ਤੇ ਚੱਲਦੇ ਆ ਨਾ, ਤਾਂ ਤਾਰੀਫਾਂ ਵੀ ਮਿਲਦੀਆਂ ਨੇ ਤੇ ਤਕਲੀਫਾਂ ਵੀ ਮਿਲਦੀਆਂ ਨੇ। ਦੁਨੀਆ ਤੁਹਾਡੀ ਤਾਰੀਫ ਵੀ ਕਰਦੀ ਹੈ ਤੇ ਦੁਨੀਆ ਨੂੰ ਤੁਹਾਡੇ ਤੋਂ ਤਕਲੀਫ ਵੀ ਹੁੰਦੀ ਆ। ਮੈਂ ਨਾ ਇੱਕ ਸ਼ੇਅਰ ਆ ਹਮੇਸ਼ਾ ਆਪਦਾ ਲਿਖਿਆ ਮੈਂ ਬੋਲਦੀ ਹੁੰਦੀ ਹਾਂ, ਮੁਕੰਮਲ ਹਾਂ ਆਪਣੇ ਆਪ ਦੇ ਵਿੱਚ, ਇਹੀ ਤਾਰੀਫ ਤੇ ਤਕਲੀਫ ਹੈ ਦੁਨੀਆ ਦੀ। ਸੋ ਉਹਨਾਂ ਨੂੰ ਆਹੀ ਤਕਲੀਫ ਆ ਜਿਨ੍ਹਾਂ ਨੂੰ ਮੇਰੇ ਤੋਂ ਤਕਲੀਫ ਆ ਵੀ ਇਹ ਕੁੜੀ ਹੋ ਕੇ ਕਿਉਂ ਕਰੀ ਜਾਂਦੀ ਹੈ। ਸਭ ਤੋਂ ਵੱਡੀ ਗੱਲ ਆ, ਕੁੜੀ ਹੋ ਕੇ ਆ ਐਂ ਕਿਉਂ ਕਰਤਾ, ਕੁੜੀ ਹੋ ਕੇ ਆ ਇਹਦੀ ਵਿੱਚ ਆਕੜ ਕਾਤੇ ਆ। ਉਹਨਾਂ ਨੂੰ ਇਹ ਨਹੀਂ ਦਿਖਦਾ ਵੀ ਇਹ ਅਣਖ ਆ। ਅਣਖ ਤੇ ਆਕੜ 'ਚ ਫਰਕ ਹੁੰਦਾ ਆ, ਠੀਕ ਆ। ਉਹ ਜਿਵੇਂ ਮਾਣ ਤੇ ਅਭਿਮਾਨ 'ਚ ਫਰਕ ਹੁੰਦਾ ਆ, ਉਹ ਚੀਜ਼ ਨਹੀਂ ਦੇਖਦੀ ਉਹ। ਜਿਹੜੀ ਇੱਕ ਜਿਵੇਂ ਮਰਜ਼ੀ ਆਪਾਂ ਗੱਲ ਕਰ ਲਈਏ, ਆਪਾਂ ਹੈ ਤਾਂ ਮੇਲ ਡੋਮੀਨੇਟਿੰਗ ਸੋਸਾਇਟੀ ਆ, ਇੱਥੇ ਮਰਦ ਪ੍ਰਧਾਨ ਨੇ ਹਰ ਪਾਸੇ। ਤੇ ਜਦੋਂ ਵੀ ਕੋਈ ਵੀ ਔਰਤ ਕੋਈ ਵੀ ਹੋਵੇ, ਉਹ ਜਦੋਂ ਵੀ ਥੋੜੀ ਰੈਬਲ ਆ, ਉਲਟਾ ਉਹ ਜੋ ਤੋਂ ਐਕਸਪੈਕਟ ਕੀਤਾ ਜਾਂਦਾ ਉਹਦੇ ਉਲਟ ਤੁਰਦੀ ਆ, ਤਾਂ ਉਦੋਂ ਤਕਲੀਫ ਹੁੰਦੀ ਹੀ ਹੁੰਦੀ ਆ। ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਲੋਕਾਂ ਨੂੰ, ਮੈਨੂੰ ਭੈਣ ਕਹਿਣ ਵਾਲੇ ਬਹੁਤ ਆ ਜਾਂਦੇ ਨੇ, ਹੈ ਨਾ, ਮੈਨੂੰ ਕਹਿੰਦੇ ਵੀ ਆ, ਸਾਰੇ ਕਹਿੰਦੇ ਆ, ਪਰ ਜਿਨ੍ਹਾਂ ਦੀ ਭੈਣ ਹੈਗੀ ਆ ਉਹਨਾਂ ਲਈ ਮੈਨੂੰ ਪਤਾ ਵੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਆ ਵੀ ਪਤਾ ਨਹੀਂ ਕਦੋਂ ਕੀ ਹੋ ਜਾਊਗਾ। ਜਦੋਂ ਮੈਂ ਜੇਲ੍ਹ ਸੀ, ਮੇਰੇ ਆਪਣੇ ਭਰਾ ਕਿੰਨੀ ਤਕਲੀਫ 'ਚ ਸੀਗੇ, ਆਪਣੇ ਮਾਪੇ ਕਿੰਨੀ ਤਕਲੀਫ ਸੀ, ਮੈਨੂੰ ਪੰਪ ਦੇਣ ਵਾਲੇ ਲੋਕ ਬਹੁਤ ਹੋਣਗੇ, ਠੀਕ ਆ। ਮੈਂ ਵੀ ਪੰਪ 'ਚ ਆ ਜਾਊਂਗੀ ਕਦੇ ਨਾ ਕਦੇ ਵੀ, ਹਾਂ ਚੱਕ ਲਓ ਫੜ ਲਓ ਜ਼ਿੰਦਾਬਾਦ ਇਹ ਉਹ। ਪਰ ਮੈਨੂੰ ਲੱਗਦਾ ਕਿ ਦਿਮਾਗ ਲੈ ਕੇ ਚੱਲਣਾ ਚਾਹੀਦਾ ਆ, ਸੋਚ ਕੇ ਚੱਲਣਾ ਚਾਹੀਦਾ। ਕਈ ਲੋਕ ਬੋਲਦੇ ਆ ਕਿ ਜੇਲ੍ਹ ਗਈ ਆ ਇਹ ਤਾਂ ਮਾਣ ਦੀ ਗੱਲ ਆ, ਪਰ ਮੈਂ ਸੱਚ ਦੱਸਾਂ ਕਿ ਜੇਲ੍ਹ ਜਾਣਾ ਕੋਈ ਮਾਣ ਦੀ ਗੱਲ ਨਹੀਂ ਹੈਗੀ। ਮੈਂ ਇੱਕ ਵਕੀਲ ਹਾਂ ਤੇ ਮੇਰੇ ਲਈ ਜੇਲ੍ਹ ਜਾਣਾ ਸਿਰਫ ਮੁਜਰਮ ਜਾਂਦੇ ਨੇ ਜਿਹੜੇ ਗੁਨਾਹ ਕਰਦੇ ਨੇ। ਸੋ ਮੇਰੇ ਵਰਗੇ ਦਾ ਜੇਲ੍ਹ ਜਾਣਾ ਕੋਈ ਮਾਣ ਦੀ ਗੱਲ ਨਹੀਂ ਗੀ, ਬਲਕਿ ਟਰੈਪ ਕਰਕੇ ਭੇਜਣਾ ਇਸ ਸਿਸਟਮ ਦੇ ਲਈ ਵੀ ਇੱਕ ਮਤਲਬ ਉਹ ਹੈਗੀ ਆ, ਸੁਸਾਇਟੀ ਦੇ ਲਈ ਵੀ ਆ। ਅੱਜ ਕਹਿ ਦਈਏ ਮਾਣ ਦੀ ਗੱਲ ਆ, ਪਰ ਜਦੋਂ ਕਿਤੇ ਵੀ ਗੱਲ ਮੇਰੀ ਜਾਂ ਹੋਰ ਵੀ ਕਿਸੇ ਵੀ ਕੁੜੀ ਦੀ, ਸਾਡੀਆਂ ਵਰਗੀਆਂ ਕੁੜੀਆਂ ਦੇ ਰਿਸ਼ਤੇ ਦੀ ਚੱਲਦੀ ਆ, ਤਾਂ ਸਭ ਤੋਂ ਪਹਿਲਾਂ ਮੂਹਰੇ ਜੇਲ੍ਹ ਆ ਜਾਂਦੀ ਆ ਕਿ ਇਹ ਜੇਲ੍ਹ ਗਈਆਂ ਹੋਈਆਂ ਨੇ, ਇਹਨਾਂ ਤੇ ਪਰਚੇ ਨੇ, ਕੀ ਹੋਊਗਾ।
ਸੋ ਮਾਪਿਆਂ ਨੂੰ ਵੀ ਆ ਕੇ ਤੁਹਾਡੀ ਕੁੜੀ ਤਾਂ ਜੇਲ੍ਹ ਜਾ ਕੇ ਆਈ ਆ, ਲੈ ਤੇਰੀ ਭੈਣ ਤਾਂ ਜੇਲ੍ਹ ਜਾ ਕੇ ਆਈ ਆ। ਸੋ ਕਹਿਣ ਦੀਆਂ ਗੱਲਾਂ ਨੇ, ਸਾਡੀ ਸੁਸਾਇਟੀ 'ਚ ਇਹ ਚੀਜ਼ਾਂ ਚੱਲਦੀਆਂ ਨੇ। ਜੇ ਮੈਂ ਕਹਿਦਾ ਕਿ ਇਹ ਚੀਜ਼ਾਂ ਫਰਕ ਨਹੀਂ ਪਾਉਂਦੀਆਂ, ਇਮੋਸ਼ਨਲੀ ਫਰਕ ਪੈਂਦਾ ਆ, ਬੰਦਾ ਟੁੱਟਦਾ ਆ, ਮੈਂ ਵੀ ਟੁੱਟਦੀ ਆ। ਪਰ ਗੱਲ ਆ ਕਿ ਆਪਣੇ ਆਪ ਨੂੰ ਫਿਰ ਮੋਟੀਵੇਟ ਕਰਨਾ ਪੈਂਦਾ ਆ, ਕਿਉਂਕਿ ਹੁਣ ਜਦ ਰਾਹੀ ਇਹੋ ਜਿਹੇ ਤੇ ਤੁਰ ਪਏ ਆ ਨਾ, ਮੈਂ ਇਹ ਵੀ ਕਹਿੰਦੀ ਆ ਕਿ ਬਣ ਗਏ ਆ ਰਾਹੀ ਉਸ ਰਾਹ ਦੇ ਜਿਹਦਾ ਨਾ ਤਾਂ ਕੋਈ ਅੰਤ ਆ ਤੇ ਨਾ ਕੋਈ ਮੰਜ਼ਿਲ ਆ। ਹੁਣ ਤਾਂ ਤੁਰਨਾ ਹੀ ਆ, ਕਿਉਂਕਿ ਪਤਾ ਨਹੀਂਗਾ ਕਦੋਂ ਤੱਕ ਤੁਰਨਾ ਆ, ਪਰ ਤੁਰਨਾ ਆ ਕਿਉਂਕਿ ਤੁਰ ਪਏ ਆ ਹੁਣ। ਸੋ ਬਹੁਤੀ ਪਰਵਾਹ ਨਹੀਂ ਹੈਗੀ, ਇਹ ਇਗਨੋਰ ਕਰਨੇ ਪੈਂਦੇ ਆ ਥਾਟਸ, ਸੋ ਇਗਨੋਰ ਕਰਕੇ ਚੱਲਦੇ ਆ। एक बड़ा अच्छा शेर भी मैंने याद आ रहा है कि मंजिल समझ के बैठ गए जिस जगह पे कुछ लोग, मैं ऐसे रास्तों पर गुजरता चला गया। ਬਿਲਕੁਲ ਤੇ ਮੈਮ ਜੇ ਮੈਂ ਹੁਣ ਗੱਲ ਕਰਾਂ ਜਿੱਦਾਂ ਅਸੀਂ ਕਹਿੰਦੇ ਹੁੰਦੇ ਆ ਵੀ ਚਾਹੇ ਉਹ ਇੱਕ ਇਨਸਾਨ ਹੈਗਾ, ਉਹ ਕਈਆਂ ਦੀ ਜ਼ਿੰਦਗੀ ਵਾਸਤੇ, ਕਈਆਂ ਵਾਸਤੇ ਉਹ ਹੀਰੋ ਵੀ ਹੋਊਗਾ ਤੇ ਕਈਆਂ ਵਾਸਤੇ ਵਿਲਨ ਵੀ ਹੋਊਗਾ। ਬਿਲਕੁਲ ਬਿਲਕੁਲ ਉਹੀ ਤੁਹਾਡੀ ਜ਼ਿੰਦਗੀ ਰਹੀ ਹੈ ਹੁਣ ਤੱਕ। ਤੇ ਆਖਰ ਦੇ ਵਿੱਚ ਜੇ ਮੈਂ ਗੱਲ ਕਰਾਂ ਪੰਜਾਬ ਦੀ ਨੌਜਵਾਨੀ ਦੀ, ਤੁਸੀਂ ਬਹੁਤ ਪੜ੍ਹੇ ਲਿਖੇ ਆ, ਤੁਸੀਂ ਲਾਅ ਵੀ ਕੀਤੀ ਆ, ਤੁਹਾਨੂੰ ਪੂਰੀ ਸੂਝ ਸਮਝ ਹੈਗੀ ਆ ਕਾਨੂੰਨਾਂ ਦੀ। ਤੇ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਇੱਕ ਕਾਨੂੰਨ ਬਣਿਆ UAPA, ਤੇ UAPA ਦੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਪੰਜਾਬੀ ਖਾਸ ਤੌਰ 'ਤੇ ਸਿੱਖ ਮੁੰਡੇ ਚੱਕੇ ਵੀ ਜਾ ਰਹੇ ਆ, ਔਰ ਸ਼ੱਕ ਦੇ ਆਧਾਰ 'ਤੇ ਚੱਕ ਲਿਆ ਜਾਂਦਾ ਉਹਨਾਂ ਨੂੰ। ਤੇ ਇਹੋ ਜਿਹੇ ਜਿਹੜਾ ਲਾਅ ਹੈਗਾ ਇਹਦੇ ਵਿੱਚ ਕਹਿੰਦੇ ਕਿ 6 ਮਹੀਨੇ ਤਾਂ ਅੰਦਰ ਹੀ ਰਹਿਣਾ ਪੈਂਦਾ, ਕੋਈ ਸੁਣਵਾਈ ਨਹੀਂ ਹੁੰਦੀ। ਤੇ ਇਹ ਜਿਹੜਾ ਮੈਂ ਇਹਦੀ ਗੱਲ ਉੱਤੇ ਗੱਲ ਕਰਨਾ ਚਾਹੂੰਗਾ ਕਿ UAPA ਦਾ ਜਿਹੜਾ ਇਸਤੇਮਾਲ ਹੁਣ ਹੋ ਰਿਹਾ, ਕਿ ਵਾਕਈ ਇਸ ਕਾਨੂੰਨ ਦੀ ਲੋੜ ਸੀ ਤੇ ਕੀ ਇਸ ਦੀ ਮਤਲਬ ਕਿ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ ਹੁਣ? ਇਹ 100% ਆ। ਦੇਖੋ ਸਿਰਫ ਇਹ ਨਹੀਂ, ਬਹੁਤ ਸਾਰੇ ਕਾਨੂੰਨ ਹੈਗੇ ਆ ਜਿਨ੍ਹਾਂ ਦੀ ਦੁਰਵਰਤੋਂ ਹੁੰਦੀ ਆ। ਇਹ ਉਹ ਕਾਨੂੰਨ ਆ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈਗੀ, ਬਟ ਬਿਨਾਂ ਗੱਲ ਤੋਂ ਮਤਲਬ ਇਹ ਸਾਡੇ ਉੱਤੇ ਥੋਪੇ ਗਏ ਨੇ। ਬਿਨਾਂ ਗੱਲ ਤੋਂ ਜਦੋਂ ਲੱਗਦਾ ਆ ਕਿ ਕੋਈ ਸਰਕਾਰ, ਅਸਲ ਦੇ ਵਿੱਚ ਇਹਨਾਂ ਏਜੰਸੀਆਂ ਦੇ ਹੀ ਕੰਮ ਹੁੰਦੇ ਨੇ ਕਿ ਜਦੋਂ ਸਰਕਾਰ ਨੇ ਕਿਸੇ ਦੀ ਆਵਾਜ਼ ਨੂੰ ਦੱਬਣਾ ਆ, ਸਾਡੇ ਕੋਲ ਫੰਡਾਮੈਂਟਲ ਰਾਈਟ ਆ, ਰਾਈਟ ਟੂ ਸਪੀਚ ਦਾ, ਪਰ ਜਦੋਂ ਸਾਡੇ ਕਿਸੇ ਦੀ ਆਵਾਜ਼ ਉਹਨਾਂ ਨੂੰ ਖੜਕਦੀ ਹੈ ਨਾ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਹੁੰਦੀ ਆ, ਉਸ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੁੰਦੀ ਆ। ਸੋ ਇਹ ਕਾਨੂੰਨ ਬੇਸਿਕਲੀ ਜਿਸ ਪਰਪਸ ਇਹਦਾ ਦਿਖਾਇਆ ਹੋਇਆ ਕਿ ਦੇਸ਼ ਨੂੰ ਬਚਾਉਣ ਲਈ ਆ, ਜਾਂ ਦੇਸ਼ ਮਤਲਬ ਜਿਹੜੀਆਂ ਵੀ ਚੀਜ਼ਾਂ ਗੱਲਾਂ ਵੱਡੀਆਂ ਵੱਡੀਆਂ ਕੀਤੀਆਂ ਜਾ ਰਹੀਆਂ ਨੇ, ਪਰ ਅਸਲ ਦੇ ਵਿੱਚ ਜਿਹੜਾ ਇਹ ਕਾਨੂੰਨ ਹੈਗਾ ਆ, ਇਹ ਕਾਨੂੰਨ ਉਹਨਾਂ ਆਵਾਜ਼ਾਂ ਨੂੰ ਦੱਬਣ ਲਈ ਆ ਜਿਹੜੀਆਂ ਹੱਕ ਸੱਚ ਲਈ ਲੜਦੀਆਂ ਨੇ, ਜਿਹੜੀਆਂ ਅਸਲ ਦੇ ਵਿੱਚ ਕਿਤੇ ਵੀ ਹੋ ਰਹੀ ਜਿਹੜੀ ਹੈ ਕਹਿ ਲਓ ਵੀ ਧੱਕੇਸ਼ਾਹੀ ਦੇ ਵਿਰੁੱਧ ਖੜਦੀਆਂ ਨੇ। ਜਿਹੜੀ ਜੇ ਆਪਾਂ ਪੰਜਾਬੀਆਂ ਦੀ ਲੈ ਲਈਏ ਜਾਂ ਇੱਥੇ ਕਸ਼ਮੀਰੀਆਂ ਦੀ ਲੈ ਲਈਏ, ਕਸ਼ਮੀਰੀਆਂ ਨੇ ਆਪਦੇ ਹੱਕ ਦੀ ਗੱਲ ਕੀਤੀ, ਉਹਨਾਂ ਤੇ ਲਾਗੂ ਕਰੋ। ਪੰਜਾਬੀ ਆਪਦੇ ਹੱਕ ਦੀ ਗੱਲ ਕਰਨਗੇ, ਜਦੋਂ ਜਿਹੜਾ ਵੀ ਪੰਜਾਬੀ ਬੁਲੰਦ ਹੋ ਕੇ ਬੋਲਦਾ ਆ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਸਾਉਣ ਦੀ ਇਹ ਕੋਸ਼ਿਸ਼ ਹੁੰਦੀ ਹੈ ਤੇ ਚਾਲ ਆ। ਮੇਰੇ ਲਈ ਇਹ ਚਾਲ ਆ। ਠੀਕ ਹੈ। ਇਹ ਕਾਨੂੰਨ ਨਹੀਂਗਾ, ਹੋਰ ਵੀ ਕਾਨੂੰਨ ਆ। ਜਿਹੜਾ ਕਾਨੂੰਨ ਮੈਂ ਫੇਸ ਕੀਤਾ ਉਹਦੇ ਵਿੱਚ ਵੀ ਉਹਦਾ ਜਿਹੜਾ SC ST ਐਕਟ ਮੇਰੇ ਤੇ ਲੱਗਿਆ ਸੀਗਾ, ਉਹਦਾ ਸੈਕਸ਼ਨ 18 ਆ ਜਿਹੜਾ ਕਹਿੰਦਾ ਆ ਕਿ ਤੁਹਾਡੀ ਐਂਟੀਸਪੇਟਰੀ ਬੇਲ ਹੀ ਨਹੀਂ ਹੋ ਸਕਦੀ। ਠੀਕ ਹੈ, ਉਹਦੇ ਵਿੱਚ ਵੀ ਤੁਹਾਨੂੰ ਅੰਦਰ ਲਾਉਣਾ ਹੀ ਪੈਣਾ ਆ ਟਾਈਮ। ਸੋ ਇਹੋ ਜਿਹੇ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਉਹ ਗਲਤ ਬਣੇ ਹੋਏ ਨੇ, ਤੇ ਇਹਨਾਂ ਨੂੰ ਮਤਲਬ ਇਹਨਾਂ ਦੀ ਦੁਰਵਰਤੋਂ ਵੱਡੇ ਲੈਵਲ ਤੇ ਹੁੰਦੀ ਆ। ਜੀ ਵੈਸੇ ਅਸੀਂ ਚਾਹੁੰਦੇ ਸੀ ਕਿ ਇਹਨਾਂ ਕਾਨੂੰਨਾਂ ਦੇ ਬਾਰੇ ਅਸੀਂ ਵਿਸਥਾਰ ਦੇ ਨਾਲ ਮੈਡਮ ਤੋਂ ਪੂਰੀ ਜਾਣਕਾਰੀ ਲਈਏ, ਪਰ ਹੁਣ ਜਿਹੜਾ ਵਕਤ ਹੈਗਾ ਉਹ ਸਾਡੇ ਕੋਲ ਸੀਮਤ ਹੈਗਾ। ਸੋ ਇਹਨਾਂ ਕਾਨੂੰਨਾਂ ਦੇ ਉੱਤੇ ਮੈਮ ਤੋਂ ਵਕਤ ਲੈ ਕੇ ਦੁਬਾਰਾ ਇੱਕ ਇੰਟਰਵਿਊ ਖਾਸ ਤੌਰ ਦੇ ਉੱਤੇ ਕਾਨੂੰਨਾਂ ਦੇ ਉੱਤੇ ਕਰਾਂਗੇ। ਸੋ ਫਿਲਹਾਲ ਲਈ ਮੈਮ ਤੋਂ ਵੀ ਇਜਾਜ਼ਤ ਚਾਹੁੰਦੇ ਹਾਂ ਤੇ ਤੁਹਾਡੇ ਤੋਂ ਵੀ ਇਜਾਜ਼ਤ ਚਾਹੁੰਦੇ ਹਾਂ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।